ਸਾਲ ਸਾਨੂੰ ਧੱਕੇ ਜ਼ਰੂਰ ਲੱਗੇ ਨੇ, ਪਰ ਕੁਦਰਤ ਵੀ ਦੇਖਦੀ ਹੈ ਵੀ ਤੁਹਾਡਾ ਕਿੰਨਾ ਕੁ ਸੀਰੀਅਸ ਹੋ ਤੁਸੀਂ। ਦੋ ਚੀਜ਼ਾਂ ਅਸੀਂ ਮੁੱਖ ਰੱਖ ਕੇ ਚੱਲਦੇ ਹਾਂ ਜੀ। ਇੱਕ ਤਾਂ ਹੈਗੀ ਵੀ ਅਸੀਂ ਜ਼ਮੀਨ ਨੂੰ ਤਕੜਾ ਕਰਨਾ ਹੈ, ਦੂਜਾ ਅਸੀਂ ਇਹ ਦੇਖਣਾ ਹੈ ਵੀ ਆਪਾਂ ਬੀਜ ਜਿਹੜਾ ਉਹ ਦੇਸੀ ਇਸਤੇਮਾਲ ਕਰਨਾ ਹੈ, ਕਿ ਸਾਰੇ ਦੇਸੀ ਬੀਜ ਇਕੱਠੇ ਕੀਤੇ ਹੋਏ ਆ ਅਸੀਂ। ਇਹ ਚਾਹੇ ਅਸੀਂ ਉੱਤਰਾਖੰਡ, ਉੱਤਰਾਂਚਲ, ਰਾਜਸਥਾਨ, ਅਜੇ ਥੀ ਸਾਨੂੰ ਮਤਲਬ ਇਹ ਹੈ ਕਿ ਕੁਦਰਤ ਨੇ ਮਾਯੂਸ ਨਹੀਂ ਕੀਤਾ। ਇਹ ਸਾਡੀ ਦੇਸੀ ਵੈਰਾਈਟੀ ਹੈ ਜੀ ਅਰਹਰ ਦੀ। ਇਹ ਬੂਟਾ ਸਾਡੇ ਨਾਲ 3 ਤੋਂ 5 ਸਾਲ ਹੀ ਰਹਿੰਦਾ ਹੈ ਔਰ ਸਾਲ 'ਚ ਸਾਨੂੰ 2 ਦਫਾ ਫਸਲ ਦਿੰਦਾ ਹੈ। ਮੈਂ ਸਮਝਦਾ ਵੀ ਹਰੇਕ ਪੁਰਾਣਾ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਉਹ ਮਾੜਾ ਨਹੀਂ ਹੁੰਦਾ ਔਰ ਹਰ ਨਵਾਂ ਤਰੀਕਾ ਚੰਗਾ ਨਹੀਂ ਹੁੰਦਾ। ਜਿਹੜਾ ਬੀਜ ਮੇਰੇ ਕੋਲ ਤੀਜੀ ਦਫਾ ਸਕਸੈਸਫੁਲੀ ਫਸਲ ਦੇ ਗਿਆ, ਉਹਦੇ ਫਿਰ ਮੈਂ ਬੀਜ ਅੱਗੇ ਵੰਡਦਾ। ਪਰ ਜਿਹੜੀ ਚੀਜ਼ ਤੁਸੀਂ ਦਿਨ 'ਚ 3 ਦਫਾ ਆਪਣੇ ਅੰਦਰ ਪਾਉਣੀ ਹੈ, ਉਹਦੇ 'ਚ ਤੁਹਾਡਾ ਸਿਰਫ ਇੱਕੋ ਇੱਕ ਧਿਆਨ ਹੁੰਦਾ ਵੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹ ਮੈਨੂੰ 15 'ਚ ਮਿਲ ਜਾਵੇ ਔਰ ਮੇਰੇ ਘਰ 'ਚ ਆ ਕੇ ਮੈਨੂੰ ਮਿਲ ਜਾਵੇ, ਮੈਨੂੰ ਜਾਣਾ ਨਾ ਪਵੇ ਕਿਤੇ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਅੰਨਦਾਤਾ, ਤੇ ਅੱਜ ਅੰਨਦਾਤਾ ਪ੍ਰੋਗਰਾਮ ਦੇ ਸਿਲਸਿਲੇ ਵਿੱਚ ਮੈਂ ਹੋਇਆ ਪਿੰਡ ਕਿਸ਼ਨਪੁਰਾ, ਜੋ ਤਕਰੀਬਨ ਏਅਰਪੋਰਟ ਰੋਡ ਹੈ ਜਿਹੜਾ ਮੋਹਾਲੀ ਦਾ, ਉਸ ਦੇ ਨਜ਼ਦੀਕ ਪੈਂਦਾ, ਜ਼ਿਲ੍ਹਾ ਮੋਹਾਲੀ ਦੇ ਵਿੱਚ ਹੀ ਪੈਂਦਾ, ਤੇ ਤਹਿਸੀਲ ਹੈ ਜਿਹੜੀ ਉਹ ਜ਼ੀਰਕਪੁਰ ਪੈ ਜਾਂਦੀ ਹੈ। ਇੱਥੋਂ ਦੇ ਕਿਸਾਨ ਚਰਨਦੀਪ ਸਿੰਘ ਜੀ ਤਕਰੀਬਨ ਲੰਮੇ ਅਰਸੇ ਤੋਂ ਆਰਗੈਨਿਕ ਜੈਵਿਕ ਖੇਤੀ ਕਰਦੇ ਆ ਰਹੇ ਨੇ। 7 ਏਕੜ 'ਚ ਉਹਨਾਂ ਨੇ ਸ਼ੁਰੂਆਤ ਜਿਹੜੀ ਕੀਤੀ ਹੈ 2015 ਤੋਂ। ਉਹਨਾਂ ਨੇ ਆਪਣੀ ਖੇਤੀ ਕਰਨ ਦੇ ਢੰਗ ਜਿਹੜੇ ਤਰੀਕੇ ਨੂੰ ਬਦਲਿਆ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਰੇਹਾਂ ਸਪਰੇਹਾਂ ਬਹੁਤ ਜ਼ਿਆਦਾ ਚੱਲ ਪਈਆਂ ਨੇ, ਤੇ ਹਰ ਕੋਈ ਕਹਿੰਦਾ ਵੀ ਆਪਾਂ ਵੱਧ ਪੈਦਾਵਾਰ ਕਿਵੇਂ ਲੈਣੀ ਹੈ, ਤੇ ਵੱਧ ਤੋਂ ਵੱਧ ਜ਼ਿਆਦਾ ਪੈਸਟੀਸਾਈਡ ਆਪਾਂ ਵਰਤੀਏ, ਤੇ ਉਹਦਾ ਜਿਹੜਾ ਅਸਰ ਹੈ ਉਹ ਤੁਹਾਡੇ ਉੱਤੇ ਹੀ ਪੈਂਦਾ, ਕਿਉਂਕਿ ਜੇਕਰ ਆਪਾਂ ਜ਼ਹਿਰਾ ਖਾਵਾਂਗੇ ਤਾਂ ਬਿਮਾਰੀਆਂ ਦਾ ਸ਼ਿਕਾਰ ਵੀ ਹੋਵਾਂਗੇ। ਸੋ ਜਿਹੜਾ ਸਾਡਾ ਭੋਜਨ ਹੈ ਉਹ ਇੱਕ ਤਰੀਕੇ ਨਾਲ ਜ਼ਹਿਰ ਮੁਕਤ ਹੋਣਾ ਚਾਹੀਦਾ। ਜੇਕਰ ਇਹ ਸਮਝ ਕਿਸਾਨ ਨੂੰ ਆ ਜਾਂਦੀ ਹੈ ਤਾਂ ਸ਼ਾਇਦ ਹੀ ਜਿਹੜੇ ਵੱਡੇ ਵੱਡੇ ਹਸਪੀਟਲ ਨੇ ਉਹਨਾਂ ਦੇ ਵਿੱਚ ਸ਼ਾਇਦ ਸਾਡੀ ਗਿਣਤੀ ਜਿਹੜੀ ਉਹ ਘੱਟ ਜਾਵੇ, ਕਿਉਂਕਿ ਕਿੰਨਾ ਕੁਝ ਆਪਾਂ ਫਸਲਾਂ ਤੋਂ ਕਮਾਉਂਦੇ ਹਾਂ ਤੇ ਉਨਾ ਹੀ ਤਕਰੀਬਨ ਅੱਧ ਤੋਂ ਵੱਧ ਤੁਹਾਡੀਆਂ ਬਿਮਾਰੀਆਂ 'ਤੇ ਖਰਚ ਹੋ ਜਾਂਦਾ। ਸੋ ਅੱਜ ਸਮੇਂ ਦੀ ਲੋੜ ਹੈ ਕਿ ਆਪਾਂ ਜੈਵਿਕ ਖੇਤੀ, ਕੁਦਰਤੀ ਖੇਤੀ ਨੂੰ ਅਪਣਾਈਏ। ਅਸੀਂ ਉਹਨਾਂ ਦੇ ਫਾਰਮ 'ਤੇ ਆਏ ਹੋਏ ਹਾਂ, ਕਹਿ ਸਕਦੇ ਹਾਂ ਵੀ ਕਿਹੜੀ ਜਿਹੜੀ ਫਸਲ ਹੈ ਜਿਹੜੀ ਉਹਨਾਂ ਦੇ ਫਾਰਮ 'ਤੇ ਹੈ ਨਹੀਂ। ਹਰ ਇੱਕ ਚੀਜ਼ ਜੋ ਘਰੇਲੂ ਜ਼ਰੂਰਤਾਂ ਨੇ, ਭਾਵੇਂ ਉਹ ਸਬਜ਼ੀਆਂ ਨੇ, ਸੌਂਫ ਹੈ, ਸੋਏ ਨੇ, ਤੋਂ ਬਿਨਾਂ ਕਹਿ ਦਈਏ ਕਣਕ ਹੈ, ਦੇਸੀ ਵੈਰਾਈਟੀਆਂ ਨੇ, ਅਤੇ ਪਸ਼ੂਆਂ ਦੇ ਲਈ ਜਿਹੜਾ ਵੀ ਚਾਰਾ ਹੈ ਉਹ ਸਾਰਾ ਕੁਦਰਤੀ ਤਰੀਕੇ ਨਾਲ ਤਿਆਰ ਹੁੰਦਾ। ਤਾਂ ਬੜਾ ਰੂਹ ਖੁਸ਼ ਹੁੰਦੀ ਹੈ ਜਦੋਂ ਇਸ ਤਰ੍ਹਾਂ ਫਾਰਮ 'ਤੇ ਆਉਂਦੇ ਆ ਇਹ ਚੀਜ਼ਾਂ ਦੇਖ ਕੇ। ਸੋ ਗੱਲਬਾਤ ਕਰ ਲੈਂਦੇ ਹਾਂ ਚਰਨਦੀਪ ਜੀ ਉਹਨਾਂ ਦੇ ਨਾਲ। ਗਰਲ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਅੰਨਦਾਤਾ ਵਿੱਚ। ਥੈਂਕ ਯੂ ਜੀ। ਅਤੇ ਜਿਵੇਂ ਤੁਹਾਡੇ ਫਾਰਮ 'ਤੇ ਦੇਖਿਆ ਵੀ ਹਰ ਇੱਕ ਜਿਹੜੀ ਚੀਜ਼ ਹੈ ਜਿਹੜੀ ਆਪਣੀ ਘਰੇਲੂ ਜ਼ਰੂਰਤਾਂ ਨੇ, ਭਾਵੇਂ ਉਹ ਸਬਜ਼ੀਆਂ ਦੀ ਗੱਲ ਕਰੀਏ, ਭਾਵੇਂ ਅਨਾਜ ਦੀ ਗੱਲ ਕਰੀਏ, ਤਾਂ ਇੱਕ ਸਲੋਟ ਤੋਂ ਆਪਾਂ ਇੱਕ ਜਗ੍ਹਾ ਤੋਂ ਤਿਆਰ ਕਰ ਸਕਦੇ ਹਾਂ। ਅਤੇ ਇਹ ਬਦਲਦੀ ਕਿਸਾਨੀ ਦੇ ਲਈ ਇੱਕ ਮਿਸਾਲ ਹੈ, ਕਿਉਂਕਿ ਅੱਗੇ ਤਾਂ ਹੁੰਦਾ ਸੀ ਆਪਾਂ ਘਰ ਦੇ ਵਿੱਚ ਸਿਰਫ ਨੂਣ ਕਹਿ ਦੀ, ਉਦੋਂ ਜ਼ਿਮੀਂਦਾਰਾਂ ਨੂੰ ਨਾ ਬਾਹਰੋਂ ਲੈਣਾ ਪੈਂਦਾ ਸੀ, ਬਾਕੀ ਸਾਰਾ ਕੁਛ ਸ਼ੱਕਰ ਕੀ, ਚੀਨੀ ਕੀ, ਦਾਲਾਂ ਸਬਜ਼ੀਆਂ ਘਰੋਂ ਹੀ ਤਿਆਰ ਹੁੰਦੀਆਂ ਸੀ। ਅਤੇ ਇੱਕ ਸਮਾਂ ਅਜਿਹਾ ਆਇਆ ਕਿ ਆਪਾਂ ਸਾਰੀਆਂ ਚੀਜ਼ਾਂ ਪਰੇ ਕਰਤੀਆਂ, ਕਣਕ ਝੋਨੇ 'ਤੇ ਹੀ ਹੋ ਗਏ। ਅਤੇ ਪਰ ਹੁਣ ਜਿਹੜਾ ਦੌਰ ਹੈ ਇਹਦੇ ਵਿੱਚ ਆਪਾਂ ਨੂੰ ਬਦਲਣ ਦੀ ਲੋੜ ਹੈ, ਅਤੇ ਤੁਸੀਂ ਇਸ ਬਦਲਾਅ ਨੂੰ ਅਪਣਾਇਆ। ਅਤੇ ਇਹ ਕਿਉਂ ਤੁਹਾਨੂੰ ਬਦਲਾਅ ਕਰਨ ਦਾ ਕਹਿੰਦੀ ਇੱਕ ਮੌਕਾ ਜਿਹਾ ਮਿਲਦਾ ਹੁੰਦਾ ਅਤੇ ਇੱਕ ਸੋਚ ਹੁੰਦੀ ਆ, ਅਤੇ ਕਦੋਂ ਤੋਂ ਸਬੱਬ ਬਣਿਆ, ਵਜ੍ਹਾ ਕੀ ਰਹੀ? ਇਹ ਤਕਰੀਬਨ ਸਾਨੂੰ 5 ਸਾਲ ਹੋ ਗਏ ਜੀ। ਉਦੋਂ ਇੱਕ ਦਿਨ ਮੇਰੀ ਵਾਈਫ ਨੇ ਕਿਤੇ ਕਹਿਤਾ ਵੀ ਦੇਖੋ ਆਪਾਂ ਕਿਸੇ ਨੂੰ ਜ਼ਹਿਰ ਖਾਣ ਦੇ ਕਿਉਂ ਮੁਨਾਫਾ ਦਈਏ। ਉੱਥੋਂ ਗੱਲ ਸਾਡੀ ਸ਼ੁਰੂ ਹੋਈ, ਅਤੇ ਸਾਡੇ ਕੋਲ ਹਾਲਾਂਕਿ ਜ਼ਮੀਨ ਪਈ ਸੀ ਪਰ ਆਪ ਕਦੇ ਖੇਤੀਬਾੜੀ ਕੀਤੀ ਨਹੀਂ ਸੀ। ਸੋ ਥੋੜ੍ਹੀ ਝਿਜਕ ਸੀ ਬਈ ਕਿਵੇਂ ਸ਼ੁਰੂ ਕਰਾਂਗੇ, ਉਹ ਵੀ ਸਿੱਧੀ ਕੁਦਰਤੀ ਖੇਤੀ, ਬਗੈਰ ਜ਼ਹਿਰਾਂ, ਬਗੈਰ ਰਸਾਇਣਿਕ ਪਾ ਕੇ। ਸੋ ਚਲੋ ਜੇ ਪੈ ਗਏ ਤਾਂ ਪੈ ਗਏ ਰਾਹ 'ਚ, ਅਤੇ ਵਾਹਿਗੁਰੂ ਦੀ ਮਿਹਰ ਹੈ। ਅਸੀਂ ਪਹਿਲੇ 2 ਸਾਲ ਸਾਨੂੰ ਧੱਕੇ ਜ਼ਰੂਰ ਲੱਗੇ ਨੇ, ਪਰ ਕੁਦਰਤ ਵੀ ਦੇਖਦੀ ਹੈ ਵੀ ਤੁਹਾਡਾ ਕਿੰਨਾ ਕੁ ਸੀਰੀਅਸ ਹੋ ਤੁਸੀਂ। ਪਹਿਲਾਂ ਧੱਕੇ ਮਾਰ ਕੇ ਦੇਖੋਗੀ ਵੀ ਤੁਸੀਂ ਕਿੰਨੇ ਕੁ ਸੀਰੀਅਸ ਹੋ। ਜਦੋਂ ਉਹਨੂੰ ਲੱਗ ਜਾਂਦਾ ਪਤਾ ਵੀ ਨਹੀਂ ਇਹ ਬੰਦਾ ਖੜਨ ਵਾਲਾ ਮੇਰੇ ਨਾਲ, ਫਿਰ ਉਹ ਵੀ ਤੁਹਾਡਾ ਪੂਰਾ ਸਾਥ ਦਿੰਦੀ ਹੈ। ਠੀਕ ਹੈ, ਪਹਿਲੀ ਗੱਲ ਇਹ ਸੀ। ਇੱਦਾਂ ਤਾਂ ਅਸੀਂ ਸ਼ੁਰੂ ਕੀਤੀ। ਦੂਜਾ ਵੀ ਇਹਦੇ 'ਚ ਅਸੀਂ ਕੀ ਕਰਦੇ ਕੀ ਹਾਂ, ਅਸੀਂ ਸਾਰਾ ਕੁਛ ਗਰੋ ਕਰਦੇ ਹਾਂ। ਜਿੰਨੀ ਆਪਣੀ ਮੌਸਮੀ ਸਬਜ਼ੀਆਂ ਨੇ ਉਹ ਆ ਜਾਂਦੀਆਂ ਨੇ, ਆਟਾ ਆਪਣਾ ਕਣਕ ਸਾਡੀ ਹੁੰਦੀ ਹੈ ਉਹਦਾ ਆਟਾ ਆ ਜਾਂਦਾ, ਮੈਦਾ ਅਸੀਂ ਕੱਢ ਲੈਂਦੇ ਹਾਂ, ਝੋਨਾ ਜੀਰੀ ਆਪਣੀ ਆ ਜਾਂਦੀ ਹੈ,
3 ਕਿਸਮ ਦੇ ਅਸੀਂ ਚੌਲ ਉਗਾਉਂਦੇ ਹਾਂ। ਬਾਸਮਤੀ ਹੁੰਦੀ ਹੈ, ਲਾਲ ਚੌਲ ਹੁੰਦੇ ਨੇ ਅਤੇ ਕਾਲੇ ਚੌਲ ਹੁੰਦੇ ਨੇ। ਅਤੇ ਲਸਣ, ਪਿਆਜ਼, ਹਲਦੀ, ਅਦਰਕ ਨਹੀਂ ਸਾਡੀ ਹੋਈ। ਅਦਰਕ ਅਸੀਂ ਐਤਕੀ ਲਾ ਕੇ ਦੇਖੀ ਹੈ, ਹੋਈ ਹੈ, ਪਰ ਉਨੀ ਜਿੰਨੀ ਕਮਰਸ਼ੀਅਲ ਫਸਲ ਆਪਾਂ ਕਹਿ ਦਈਏ ਵੀ, ਕਿਉਂਕਿ ਹਰੇਕ ਚੀਜ਼ ਦਾ ਆਪਣਾ ਆਪਣਾ ਤਜਰਬਾ ਹੁੰਦਾ। ਆਪਾਂ ਲਾਉਂਦੇ ਹਾਂ ਲਗਾਤਾਰ, ਕੋਈ ਹੁਣ ਤਾਂ ਹੀ ਹੁੰਦੀ, ਆਪਾਂ ਹੌਲੀ ਹੌਲੀ ਸਿੱਖਦੇ ਜਾਂਦੇ ਹਾਂ। ਹਾਂਜੀ, ਸੋ ਹੁਣ ਸਾਨੂੰ ਸਮਝ ਆ ਗਈ, ਅਗਲੇ ਸਾਲ ਅਸੀਂ ਉਹਨੂੰ ਹੋਰ ਬਿਹਤਰ ਕਰ ਲਾਂਗੇ। ਕਾਬਲੀ ਚਨੇ ਹੋ ਗਏ, ਕਾਲੇ ਚਨੇ ਹੋ ਗਏ, ਛੋਲੇ ਹੋ ਗਏ ਤੁਹਾਡੇ, ਅਤੇ ਤਕਰੀਬਨ ਸਾਰਾ ਕੁਛ ਹੀ ਅਸੀਂ ਹੁਣ ਇੱਥੇ ਫਰੂਟ ਸ਼ੁਰੂ ਕੀਤਾ ਹੋਇਆ। ਬਾਗ ਸਾਡਾ ਫਲਾਂ ਦਾ ਬਾਗ ਚਾਲੂ ਹੋ ਗਿਆ। ਐਤਕੀ ਸਾਨੂੰ ਸਰਦੀਆਂ ਦੇ ਆਪਣੇ ਫਲ ਆ ਗਏ ਸੀ। ਐਤਕੀ ਹੁਣ ਉਮੀਦ ਕਰਦੇ ਹਾਂ ਅਸੀਂ ਵੀ ਗਰਮੀਆਂ ਵਾਲੇ ਵੀ ਸਾਨੂੰ ਮਿਲ ਜਾਣਗੇ। ਅਤੇ ਸੋ ਇਸ ਹਿਸਾਬ ਨਾਲ ਅਸੀਂ ਤਕਰੀਬਨ ਸਾਰਾ ਕੁਛ ਹੀ ਸਾਰਾ ਇੱਥੋਂ ਨਿਕਲ ਆਉਂਦਾ ਹੈ। ਕੇਲੇ ਸਾਡੇ ਉਹ ਆ ਜਾਂਦੇ ਨੇ। ਅਸੀਂ ਗਾਈਆਂ ਰੱਖੀਆਂ ਨੇ ਦੇਸੀ, ਦੁੱਧ, ਘਿਓ, ਮੱਖਣ, ਪਨੀਰ ਉੱਥੋਂ ਆ ਜਾਂਦਾ ਹੈ। ਮੁਰਗੀਆਂ ਰੱਖੀਆਂ ਨੇ, ਅੰਡੇ ਉੱਥੋਂ ਆ ਜਾਂਦੇ ਨੇ। ਸੋ ਤਕਰੀਬਨ ਜੋ ਕੁਛ ਆਪਣੇ ਘਰ 'ਚ ਤੁਹਾਨੂੰ ਕਿਚਨ 'ਚ ਲੋੜ ਹੈ, ਮੋਸਟਲੀ ਸਾਡਾ ਇੱਥੋਂ ਚਲਿਆ ਜਾਂਦਾ ਹੈ। ਤੇ ਜਿਵੇਂ ਤੁਸੀਂ ਸਾਨੂੰ ਪਹਿਲਾਂ ਫਾਰਮ ਸਾਰਾ ਦਿਖਾਇਆ ਵੀ ਵੱਖ-ਵੱਖ ਹਿੱਸਿਆਂ ਤੁਸੀਂ ਇਹਨੂੰ ਵੰਡਿਆ ਹੋਇਆ। ਜਿਸ ਜਗ੍ਹਾ 'ਤੇ ਆਪਾਂ ਖੜੇ ਇੱਕ ਤਰੀਕੇ ਦੇ ਨਾਲ ਫੋਰੈਸਟ ਐਗਰੀਕਲਚਰ ਜਿਵੇਂ ਆਪਾਂ ਕਹਿ ਦਈਏ ਵੀ ਹੈ ਨਾ, ਵੀ ਆਪਣੀ ਚੀਜ਼ ਆਪੇ ਹੀ ਜਿਹੜੀ ਦੁਬਾਰਾ ਆਪਾਂ ਨੂੰ ਦੁਬਾਰਾ ਬੀਜ ਪਾਉਣ ਦੀ ਲੋੜ ਨਾ ਪਵੇ। ਸੋ ਸ਼ੁਰੂਆਤ ਤੁਹਾਡੀ ਇੱਥੇ ਜਿਹੜੀ ਸੌਂਫ ਦੀ ਲਾਈ ਹੋਈ ਹੈ ਤੁਸੀਂ, ਕਿਉਂਕਿ ਸੌਂਫ ਤਾਂ ਦੇਖੋ ਆਪਾਂ ਪਸਾਰੀਆਂ ਤੋਂ ਜਾਂ ਦੁਕਾਨਾਂ ਤੋਂ ਹੀ ਖਰੀਦਦੇ ਹਾਂ। ਹੁਣ ਆਪਣੇ ਘਰਾਂ 'ਚ ਤਾਂ ਕਿੱਥੇ ਹੁੰਦੀ ਆ, ਪਰ ਜਦੋਂ ਜਿਵੇਂ ਤੁਸੀਂ ਆਹ ਦੇਖਦੇ ਆ, ਬੂਟੇ ਦੇਖਦੇ ਆ, ਤਾਂ ਆਮ ਨੋਰਮਲ ਬੂਟਿਆਂ ਨਾਲੋਂ ਕਾਫੀ ਜ਼ਿਆਦਾ ਫਰਕ ਹੈ। ਅਤੇ ਇਹ ਕਿਹੜੀ ਵੈਰਾਈਟੀ ਕੋਈ ਅਲੱਗ ਤੋਂ ਲਾਈ ਹੋਈ ਆ, ਕਿਵੇਂ ਤੁਸੀਂ ਇਹਨੂੰ ਜਨਰੇਟ ਕੀਤਾ ਹੈ, ਕਿਵੇਂ ਗਰੋ? ਇਹ ਤਕਰੀਬਨ 4 ਸਾਲ ਪਹਿਲਾਂ ਮੈਂ ਇੱਕ ਲਾਇਆ ਸੀਗਾ, ਫਸਲ ਲਾਈ ਸੀਗੀ ਸੌਂਫ ਦੀ। ਉਹ ਜਦੋਂ ਅਸੀਂ ਵੱਢ ਬੁੱਢ ਲਈ, ਉਹ ਤੋਂ ਬਾਅਦ ਇੱਕ ਬੂਟਾ ਮੇਰਾ ਫੁੱਟਿਆ ਆ। ਉਹਨੂੰ ਫਿਰ ਅਸੀਂ ਪੱਟਿਆ ਨਹੀਂ, ਬੇਮੌਸਮੀ ਸੀਗਾ। ਮੈਂ ਕਿਹਾ ਚਲੋ ਜੇ ਹੁਣ ਬੇਮੌਸਮ ਪੁੱਟਦਾ ਹੈ, ਇਹਨੂੰ ਆਪਾਂ ਚਲਾ ਕੇ ਦੇਖਦੇ ਹਾਂ ਕੀ ਕਹਿੰਦੀ ਹੈ, ਕੁਦਰਤ ਨੇ ਕਿਉਂ ਭੇਜਿਆ ਸਾਡੇ ਕੋਲ। ਸੋ ਉਹਦੇ ਨਾਲ ਫਿਰ ਅਸੀਂ ਦੇਖਿਆ ਵੀ ਉਹ ਬੂਟਾ ਸਾਡੇ ਕੋਲ 3 ਸਾਲ ਰਿਹਾ, ਅਤੇ ਉਹ 3 ਸਾਲ 'ਚ ਉਹ ਹਮੇਸ਼ਾ ਹਰਾ ਰਿਹਾ। ਉਹਦੇ 'ਚ ਫੁੱਲ ਵੀ ਆਏ ਔਰ ਉਹਦੇ 'ਚ ਦਾਣਾ ਵੀ ਲੱਗਦਾ ਰਿਹਾ। ਉਹਦਾ ਅਸੀਂ ਬੀਜ ਇਕੱਠਾ ਕਰਕੇ ਹੁਣ ਆਹ ਦੇਖੋ ਸਾਰੀ ਲਾਈ ਹੋਈ ਹੈ। ਅਤੇ ਇਹ ਸਾਡੀ ਤਕਰੀਬਨ ਹਮੇਸ਼ਾ ਸਾਨੂੰ ਸਾਰਾ ਸਾਲ ਇਹ ਕੁਛ ਨਾ ਕੁਛ ਇਹਦੇ 'ਚੋਂ ਨਿਕਲਦਾ ਰਹਿੰਦਾ ਹੈ। ਅਤੇ ਇਹਦੀ ਖਾਤਰ ਹੀ ਛੱਡਤਾ ਸਾਰੀ ਜਗ੍ਹਾ ਵੀ ਆਪਣੇ ਆਪ ਉੱਗੇ ਇੱਥੇ ਜਿਵੇਂ ਮਰਜ਼ੀ? ਹਾਂਜੀ, ਹੁਣ ਅਸੀਂ ਇਹ ਛੱਡਤੀ, ਫਿਰ ਅਸੀਂ ਬਾਥੂ ਲਈ ਛੱਡਤੀ ਜਗ੍ਹਾ। ਬਾਥੂ ਆਪਣਾ ਹੋਊਗਾ, ਆਪਣਾ ਨਿਕਲਦਾ ਰਹੂਗਾ। ਚੁਲਾਈ ਹੋ ਗਈ, ਤੋ ਅਸੀਂ ਹੁਣ ਪਰਮਾਨੈਂਟ ਜਿਹੀਆਂ ਕਰ ਦੇਣੀਆਂ। ਔਰ ਤੁਸੀਂ ਹੈਰਾਨ ਹੋਵੋਗੇ, ਐਤਕੀ ਜਦੋਂ ਅਸੀਂ ਮਾਹ ਮੂੰਗੀ ਕੱਢੀ ਹੈ, ਉਹਦੇ 'ਚ ਵੀ ਇੱਦਾਂ ਬੂਟੇ ਦੁਬਾਰਾ ਫੁੱਟੇ ਨੇ। ਅਤੇ ਗਰੇਵਾਲ ਸਾਹਿਬ ਇੱਧਰ ਆਪਾਂ ਦੇਖ ਸਕਦੇ ਤੁਸੀਂ ਕਾਬਲੀ ਛੋਲੇ ਨੇ ਜਿਹੜੇ ਉਹ ਉਗਾਏ ਹੋਏ ਨੇ। ਅਤੇ ਇਹਦੀ ਤੋਂ ਅਸੀਂ ਜਿਹੜੀ ਪ੍ਰੋਡਕਸ਼ਨ ਆ ਉਹਦੀ ਆਪਾਂ ਗੱਲ ਕਰੀਏ ਤਾਂ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰਦੇ ਹੋ, ਕਿਸ ਤਰੀਕੇ ਨਾਲ ਉਗਾਉਂਦੇ ਹੋ? ਕੋਈ ਜੇ ਮੰਨ ਲਓ ਇਹਦੇ ਵਿੱਚ ਕੋਈ ਬਿਮਾਰੀ ਠਮਾਰੀ ਵੀ ਕਦੀ ਕੁਦਰਤੀ ਬਣੀ ਹੁੰਦੀ ਆ, ਤਾਂ ਕਿਸ ਤਰੀਕੇ ਦਾ ਤੁਹਾਡਾ ਇਹਦੇ ਵਿੱਚ ਤਜਰਬਾ ਰਿਹਾ? ਸਾਡੀ ਜਿਹੜੀ 2 ਚੀਜ਼ਾਂ ਅਸੀਂ ਮੁੱਖ ਰੱਖ ਕੇ ਚੱਲਦੇ ਹਾਂ ਜੀ। ਇੱਕ ਤਾਂ ਹੈਗੀ ਵੀ ਅਸੀਂ ਜ਼ਮੀਨ ਨੂੰ ਤਕੜਾ ਕਰਨਾ ਹੈ। ਦੂਜਾ ਅਸੀਂ ਇਹ ਦੇਖਣਾ ਹੈ ਵੀ ਆਪਾਂ ਬੀਜ ਜਿਹੜਾ ਉਹ ਦੇਸੀ ਇਸਤੇਮਾਲ ਕਰਨਾ ਹੈ। ਕਿਉਂਕਿ ਜਿਹੜੇ ਦੂਜੇ ਹਾਈ ਯੀਲਡ ਵੈਰਾਈਟੀ ਵਾਲੇ ਬੀਜ ਆ ਜਾਂਦੇ ਨੇ ਜਾਂ ਦੂਜੇ ਆ ਜਾਂਦੇ ਨੇ, ਉਹ ਬਗੈਰ ਰਸਾਇਣਿਕ ਤੱਤ ਨਾਲ ਤੁਰ ਨਹੀਂ ਸਕਦੇ। ਉਹ ਡਿਜ਼ਾਈਨ ਹੀ ਇੱਦਾਂ ਹੁੰਦੇ ਨੇ। ਹੁਣ ਇਹ ਗੱਲ ਪੈ ਗਈ ਤੁਹਾਡੀ ਵੀ, ਜਿਵੇਂ ਇੱਕ ਤਾਂ ਤੁਸੀਂ ਮਰਸੀਡੀਜ਼ ਬਣਾ ਲਈ, ਮਰਸੀਡੀਜ਼ ਗੱਡੀ ਲਿੱਤੀ ਹੈ, ਉਹਦੇ ਨਾਲ ਤੁਹਾਨੂੰ ਇੱਕ ਕਿਸਮ ਦਾ ਪੈਟਰੋਲ ਪਾਉਣਾ ਪੈਣਾ ਹੈ ਸਾਫ਼, ਠੀਕ ਹੈ ਜੀ। ਅਤੇ ਉਹਨੂੰ ਸਪੋਰਟ ਕਰਨ ਵਾਸਤੇ ਕਾਫੀ ਤੁਹਾਡੇ ਖਰਚੇ ਆਉਂਦੇ ਨੇ। ਦੂਜੀ ਹੈਗੀ ਇੱਕ ਤੁਸੀਂ ਲੰਡੀ ਜੀਪ ਲੈ ਲਓ, ਜਿਹਨੂੰ ਆਪਾਂ ਦੇਸੀ ਬੀਜ ਨਾਲ ਆਪਾਂ ਕਰ ਸਕਦੇ ਹਾਂ ਇਕੁਏਟ। ਉਹਨੇ ਕਦੇ ਫੇਲ ਨਹੀਂ ਹੋਣਾ, ਜਿੱਥੇ ਜਾਣਾ ਤੁਹਾਨੂੰ ਲੈ ਜਾਊਗੀ। ਉਹਦੇ 'ਚ ਜੋ ਮਰਜ਼ੀ ਪਾ ਦਿਓ, ਠੀਕ ਹੈ, ਜਿੰਨਾ ਮਰਜ਼ੀ ਵਜਨ ਢੋ ਲਓ, ਤਾਂ ਉਹ ਕਾਮਯਾਬ ਹੈ ਸਾਡੇ ਲਈ। ਸੋ ਜਿਹੜੇ ਦੇਸੀ ਬੀਜ ਹੈ, ਇਹ ਮਤਲਬ ਮੇਰਾ ਇਹ ਕਹਿਣ ਦਾ ਮਤਲਬ ਨਹੀਂ ਹੈ ਵੀ ਦੇਸੀ ਬੀਜ ਮਾੜੇ ਨੇ, ਕਿਸੇ ਕਿਸਮ ਨਾਲ ਘੱਟ ਨੇ ਦੂਜੇ ਬੀਜਾਂ ਨਾਲ। ਜਿਹੜੀਆਂ ਨਾ ਉਹ ਦਿਖਾਵੇ ਲਈ ਨੇ, ਮਤਲਬ ਜਿਹੜਾ ਹਾਈਬ੍ਰਿਡ ਆ ਉਹ ਸਿਰਫ ਪ੍ਰੋਡਕਸ਼ਨ ਦਿਖਾਉਣ ਦੇ ਲਈ ਆ, ਗੁਣ ਦੇ ਪਾਸੋਂ ਤਾਂ ਸਤਿ ਸ੍ਰੀ ਅਕਾਲ। ਕਿਉਂਕਿ ਲੈ ਕੇ ਦੋਨਾਂ ਨੇ ਤੁਹਾਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਹੈ, ਠੀਕ ਹੈ ਜੀ। ਇਹਨੇ ਤੁਹਾਨੂੰ ਸਾਲੋਂ ਸਾਲ ਲੈ ਜਾਣਾ ਹੈ।
ਤੇ ਇਹ ਫਿਰ ਕਿਹੜਾ ਕੋਈ ਨਾਂ ਹੈਗਾ ਇਹ ਬੀਜ ਦਾ ਜਿਹੜਾ ਤੁਸੀਂ ਉਹ ਕਰਦੇ ਹੋ ਤੇ ਇਹਦੀ ਪ੍ਰੋਡਕਸ਼ਨ ਕਿੰਨੀ ਕੁ ਹੈ? ਕਿਉਂਕਿ ਹੁਣ ਤੁਸੀਂ ਵੱਟਾਂ ਤੇ ਲਾਇਆ ਹੈ, ਕਈ ਵਾਰ ਚਲੋ ਅਗਲੇ ਦੂਜੇ ਤਰ੍ਹਾਂ ਫਲੈਟ ਆਪਾਂ ਵੀ ਪੱਧਰੀ ਜ਼ਮੀਨ ਤੇ ਵੀ ਲਾ ਲੈਂਦੇ ਆ, ਤਾਂ ਇਹ ਜਿਹੜਾ ਕਿਹੜਾ ਵੈਰਾਈਟੀ ਹੈ ਤੇ ਇਹਦੀ ਝਾੜ ਦੀ ਜੇਕਰ ਗੱਲ ਕਰੀਏ ਤਾਂ ਕੋਈ ਹੋਰ ਕਿਸਾਨ ਭਰਾ ਲਾਉਣਾ ਚਾਹੁੰਦਾ ਹੋਵੇ ਤੇ ਕਿਵੇਂ ਤੁਸੀਂ ਉਹਨੂੰ ਗਾਈਡ ਕਰੋਗੇ? ਸਾਡੀ ਜਿਹੜੀ ਵੀ ਫਸਲ ਲੱਗੀ ਹੈ ਇਹਦੀ ਵੈਰਾਈਟੀ ਦਾ ਮੈਨੂੰ ਕੋਈ ਨਾਂ ਯਾਦ ਨਹੀਂ ਹੈ, ਕਿਉਂਕਿ ਇਹ ਸਾਰੇ ਦੇਸੀ ਬੀਜ ਇਕੱਠੇ ਕੀਤੇ ਹੋਏ ਆ ਅਸੀਂ। ਇਹ ਚਾਹੇ ਅਸੀਂ ਉੱਤਰਾਖੰਡ, ਉੱਤਰਾਂਚਲ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਮਿਜ਼ੋਰਮ, ਕੇਰਲਾ, ਕਈ ਜਗ੍ਹਾ ਤੋਂ ਆਏ ਨੇ, ਔਰ ਤਕਰੀਬਨ ਜਿਹਨੂੰ ਵੀ ਪੁੱਛਿਆ ਉਹ ਸਾਰੇ ਇਹੀ ਕਹਿੰਦੇ ਨੇ ਵੀ ਇਹ ਤਾਂ ਸਾਡੀ ਪੁਸ਼ਤੈਨੀ ਬੀਜ ਚੱਲਿਆ ਆਉਂਦਾ, ਨਾਂ ਤਾਂ ਇਹਦਾ ਸਾਨੂੰ ਪਤਾ ਨਹੀਂ ਹੈ। ਸੋ ਦੂਜੀ ਗੱਲ, ਵੱਟਾਂ ਤੇ ਕਿਉਂ ਲਾਈ ਹੈ? ਅਸੀਂ ਵੱਟਾਂ ਤੇ ਤਾਂ ਲਾਈ ਹੈ ਕਿਉਂਕਿ ਸਾਡੀ ਜ਼ਮੀਨ ਕਲਰ ਤੇ ਡਾਕਰ ਹੈ। ਠੀਕ ਹੈ। ਇਹਦੇ 'ਚੋਂ ਪਾਣੀ ਮਾਰ ਖਾ ਜਾਂਦਾ ਜੇ ਬੂਟੇ ਨੂੰ। ਸੋ ਸਾਨੂੰ ਇਹ ਹੈ ਵੀ ਜੋ ਕਦੇ ਪਾਣੀ ਵੱਧ ਆ ਜਾਵੇ, ਕਿਤੇ ਬੇਮੌਸਮੀ ਮੀਂਹ ਪੈ ਜੇ, ਸਾਡੀ ਫਸਲ ਨੂੰ ਮਾਰ ਨਾ ਪਵੇ, ਤਾਂ ਅਸੀਂ ਲਾਉਂਦੇ ਹਾਂ। ਅਸੀਂ ਇੱਥੇ ਤੁਸੀਂ ਹੈਰਾਨ ਹੋਵੋਗੇ ਵੀ ਇਸ ਜ਼ਮੀਨ 'ਚ ਅਸੀਂ ਮੂੰਗਫਲੀ ਵੀ ਉਗਾ ਲੈਂਦੇ ਹਾਂ, ਔਰ ਮੂੰਗਫਲੀ ਦਾ ਸਾਨੂੰ ਚੰਗਾ ਰਿਜ਼ਲਟ ਆ ਜਾਂਦਾ ਹੈ। ਹਾਂ, ਸੋ ਰੇਤੇ ਵਾਲੀ ਜ਼ਮੀਨ ਚਾਹੀਦੀ ਹੈ ਜ਼ਿਆਦਾ। ਬਿਲਕੁਲ। ਸੋ ਪਰ ਅਸੀਂ ਇੱਥੇ ਮੂੰਗਫਲੀ ਉਗਾ ਲੈਂਦੇ ਹਾਂ। ਮੂੰਗਫਲੀ ਦਾ ਬੀਜ ਅਸੀਂ PAU ਤੋਂ ਲਿਆਉਂਦੇ ਹਾਂ, ਉਹ ਅਸੀਂ SG99 ਹੈਗਾ, ਉਹ ਅਸੀਂ ਲਾਉਂਦੇ ਹਾਂ, ਔਰ ਉਹਦੀ ਸਾਡੀ ਕਾਫੀ ਚੰਗੀ ਆਊਟਪੁੱਟ ਆ ਜਾਂਦੀ ਹੈ। ਕਿੰਨੀ ਕੁ ਅੰਦਾਜ਼ਨ ਕਿੰਨਾ ਕੁ ਤੁਸੀਂ ਅੱਧੇ ਕਿੱਲੇ 'ਚ ਕੁਛ ਪਹਿਲਾਂ ਲਾਇਆ ਹੋਵੇ, ਕਿੰਨਾ ਕੁ ਝੜ ਰਿਹਾ ਤੁਹਾਡਾ? ਸਾਡਾ ਨਾ ਟੁੱਟਵਾਂ ਜਿਹਾ ਲੱਗਦਾ ਹੈ। ਸੋ ਨਾ ਅਸੀਂ ਰਕਬਾ ਨਾਪਦੇ ਹਾਂ, ਨਾ ਅਸੀਂ ਆਊਟਪੁੱਟ ਨਾਪਦੇ ਹਾਂ, ਅਸੀਂ ਕੁਦਰਤ 'ਤੇ ਛੱਡਿਆ ਹੋਇਆ, ਅਸੀਂ ਆਪਣਾ ਕੰਮ ਕਰੀ ਜਾਂਦੇ ਹਾਂ, ਕੁਦਰਤ ਆਪਣਾ ਕੰਮ ਕਰੀ ਜਾਂਦੀ ਹੈ। ਪਰ ਅਜੇ ਥੀ ਸਾਨੂੰ ਮਤਲਬ ਇਹ ਹੈ ਕਿ ਕੁਦਰਤ ਨੇ ਮਾਯੂਸ ਨਹੀਂ ਕੀਤਾ। ਤੇ ਇਹ ਤੋਂ ਬਿਨਾਂ ਕਾਬਲੀ ਛੋਲੇ ਦੀ ਆਪਾਂ ਗੱਲ ਕੀਤੀ, ਉੱਧਰ ਤੁਹਾਡੀ ਫੋਰੈਸਟ ਫਾਰਮਿੰਗ ਦੀ ਗੱਲ ਕੀਤੀ, ਬੂਟੇ ਹੋਰ ਆਪਣੀ ਕਿਹੜੀ ਫਸਲਾਂ ਜਿਹੜੀਆਂ ਤੁਸੀਂ ਲਾਈਆਂ ਹੋਈਆਂ ਨੇ? ਅਸੀਂ ਹੁਣ ਸਾਡੇ ਲਸਣ ਨਿਕਲੂਗਾ ਜੀ ਥੋੜ੍ਹੀ ਚਿਰ ਨੂੰ ਜੀ। ਅਸੀਂ ਇੱਕ ਦਾਲ ਦੀ ਵੈਰਾਈਟੀ ਹੈਗੀ, ਉਹਨੂੰ ਬਕਲਾ ਕਹਿੰਦੇ ਨੇ, ਬਕਲੀ ਵੀ ਕਹਿ ਦਿੰਦੇ ਨੇ, ਅੰਗਰੇਜ਼ੀ 'ਚ ਉਹਨੂੰ ਫਾਵਾ ਬੀਨਸ ਕਹਿੰਦੇ ਨੇ, ਉਹ ਨਿਕਲਣ ਨੂੰ ਤਿਆਰ ਹੈ ਥੋੜ੍ਹੀ ਚਿਰ ਨੂੰ। ਪਿਆਜ਼ ਸਾਡਾ ਲੱਗਿਆ ਹੋਇਆ, ਅਤੇ ਇਹ ਅਸੀਂ ਲੱਗੇ ਨੇ ਅਗਲੀ ਗਰਮੀ ਵਾਲੀ ਸਬਜ਼ੀਆਂ ਅਸੀਂ ਲਾਉਣ ਨੂੰ ਫਿਰਦੇ ਹਾਂ। ਅਸੀਂ ਤਿਆਰ ਕਰ ਲਈਆਂ, ਅਤੇ ਉਹਦੇ ਹੇਠ ਕਿੰਨਾ ਰਕਬਾ ਬਾਕੀ ਜਿਹੜੀ ਸਬਜ਼ੀਆਂ ਭਾਜੀਆਂ ਤੁਸੀਂ ਲਗਾਈਆਂ ਹੋਈਆਂ ਉਹਦੇ ਵਿੱਚ ਕਣਕ ਵੀ ਮੈਂ ਕਿਹਾ ਤੁਸੀਂ ਦੱਸਿਆ ਸੀ ਸ਼ਰਬਤੀ ਲਾਈ ਹੋਈ ਹੈ? ਹਾਂਜੀ, ਕਣਕ ਸਾਡੀ ਸ਼ਰਬਤੀ ਹੈ, ਉਹ ਵੀ ਸਾਡਾ ਪੁਰਾਣਾ ਬੀਜ ਹੈ। ਇੱਥੇ ਵੀ ਅਸੀਂ ਦੇਖੋ ਜੈਨੇਟਿਕ ਸਿਲੈਕਸ਼ਨ ਅਸੀਂ ਵੀ ਕਰਦੇ ਹਾਂ। ਠੀਕ ਹੈ। ਜੋ ਇਹ ਤੁਹਾਨੂੰ ਫਰਕ ਇਹ ਹੈ ਵੀ ਅਸੀਂ ਲੈਬੋਰੇਟਰੀ 'ਚ ਇੱਕ ਕਮਰੇ 'ਚ ਬੰਦ ਹੋ ਕੇ ਨਹੀਂ ਅਸੀਂ ਇਹਨੂੰ ਸਿਲੈਕਟ ਕਰਦੇ ਜੀ। ਅਸੀਂ ਤੁਰਦੇ ਹਾਂ, ਫਿਰਦੇ ਹਾਂ, ਅਸੀਂ ਫਸਲਾਂ ਦੇ ਵਿੱਚ ਤੁਰਦੇ ਹਾਂ, ਰੋਜ਼ ਦਾ ਸਾਡਾ ਆਉਣਾ ਜਾਣਾ ਹੈਗਾ। ਉਹਦੇ 'ਚ ਅਸੀਂ ਉਹਨੂੰ ਦੇਖਦੇ ਹਾਂ ਵੀ ਜਿਹੜੇ ਬੂਟੇ ਨੂੰ ਕੁਦਰਤ ਨੇ ਬਖਸ਼ਿਆ ਵੀ ਤੇਰੇ 'ਚ ਬਿਮਾਰੀ ਨਹੀਂ ਲੱਗੀ, ਸਿਹਤ ਪੂਰੀ ਬਖਸ਼ੀ ਹੈ, ਉਹਦੇ 'ਚ ਉਹਨੂੰ ਫੁੱਲ ਵੀ ਫਲ ਵੀ ਟਾਈਮ 'ਤੇ ਲੱਗਿਆ ਔਰ ਪੂਰਾ ਲੱਗਿਆ, ਉਹ ਬੂਟੇ ਅਸੀਂ ਆਪਣੇ ਸਿਲੈਕਟ ਕਰ ਲੈਣੇ ਆ, ਔਰ ਉਹਨਾਂ ਦਾ ਬੀਜ ਅਸੀਂ ਅੱਡ ਕੱਢ ਕੇ ਰੱਖ ਲੈਂਦੇ ਹਾਂ। ਉਹ ਫਿਰ ਅਗਲੇ ਸਾਲ ਜਿਹੜਾ ਸਾਡਾ ਫਸਲ ਹੋਊਗੀ ਉਹ ਥੋੜ੍ਹੀ ਜਿਹੀ ਬੈਟਰ ਹੋ ਜਾਊਗੀ, ਉਹਦੇ 'ਚੋਂ ਬੀਜ ਵੀ ਥੋੜ੍ਹਾ ਜਿਹਾ ਬੈਟਰ ਹੋ ਜਾਊਗਾ। ਸੋ ਸਾਡੀ ਇਹੀ ਪ੍ਰੈਕਟਿਸ ਹੈ ਵੀ ਹਰ ਸਾਲ ਸਾਡੇ ਥੋੜ੍ਹਾ ਬੀਜ ਵੱਧਦਾ ਰਹਿੰਦਾ, ਇੰਪਰੂਵ ਹੁੰਦਾ ਜਾਂਦਾ। ਹਾਂਜੀ। ਤੇ ਗਰਲ ਸਾਹਿਬ ਉੱਧਰ ਤੁਹਾਡਾ ਫਾਰਮ ਉੱਧਰ ਵੀ ਗੱਲਬਾਤ ਕਰ ਲਿਆ, ਫਿਲਹਾਲ ਸਮਾਂ ਸਾਡੇ ਕੋਲ ਇੱਕ ਨਿੱਕੇ ਜਿਹੇ ਬ੍ਰੇਕ ਦਾ ਹੋ ਗਿਆ। ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਜਲਦ ਹਾਜ਼ਰ ਹੁੰਦੇ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਜੀ। ਗੱਲਬਾਤ ਕਰ ਰਹੇ ਸੀਗੇ ਚਰਨਦੀਪ ਸਿੰਘ ਗਰੇਵਾਲ ਜੀ ਉਹਨਾਂ ਦੇ ਨਾਲ, ਉਹਨਾਂ ਦੀ ਖੇਤੀਬਾੜੀ ਦੇ ਬਾਰੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਪਪੀਤਾ ਵੀ ਲੱਗਿਆ ਹੋਇਆ, ਅਮਰੂਦ ਵੀ ਲੱਗੇ ਹੋਏ ਨੇ, ਹਰ ਦੀ ਦਾਲ ਵੀ ਲੱਗੀ ਹੋਈ ਹੈ, ਅਤੇ ਜਿਹੜਾ ਪਪੀਤੇ ਦਾ ਫਲ ਆ ਉਹਨੂੰ ਵਧੀਆ ਤਰੀਕੇ ਦੇ ਨਾਲ ਇੱਧਰ ਕਵਰ ਕੀਤਾ ਹੋਇਆ, ਅਤੇ ਇੱਧਰ ਜੇਕਰ ਆਪਾਂ ਅਮਰੂਦ ਦੇ ਬੂਟੇ ਦੀ ਗੱਲ ਕਰੀਏ ਤਾਂ ਇੱਥੇ ਵੀ ਜਿਹੜਾ ਫਲ ਨਿਕਲਿਆ ਉਹ ਕਵਰ ਕੀਤਾ ਹੋਇਆ। ਇਹਦੀ ਵਜ੍ਹਾ ਕੀ ਹੈ, ਕਿੰਨੀ ਕੁ ਜ਼ਰੂਰਤ ਹੁੰਦੀ ਹੈ, ਕੀ ਇਹ ਤਕਨੀਕਾਂ ਨੇ, ਇਹਦੇ ਬਾਰੇ ਗੱਲਬਾਤ ਕਰ ਲੈਂਦੇ ਹਾਂ। ਗਰਲ ਸਾਹਿਬ ਸਤਿ ਸ਼੍ਰੀ ਅਕਾਲ, ਅਤੇ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਕਿ ਜਿਵੇਂ ਇੱਧਰ ਤੁਸੀਂ ਜਿਵੇਂ ਆਪਾਂ ਜਿਹੜੀ ਆ ਰੋਅ ਕਹੀਏ ਬਾਟਾ ਸਿਰੇ ਤੋਂ ਸਿਰੇ ਤੱਕ, ਇਹਦੇ ਵਿੱਚ ਤੁਸੀਂ ਸਾਰੇ ਫਲ ਵਾਲੇ ਬੂਟੇ ਲਾਏ ਹੋਏ ਨੇ, ਪਪੀਤਾ ਲਾਇਆ ਹੋਇਆ, ਇੱਧਰ ਅਮਰੂਦ ਲਾਇਆ ਹੋਇਆ, ਅਤੇ ਅਕਸਰ ਜਿਹੜੇ ਜ਼ਿਆਦਾਤਰ ਹੁਣ ਇੱਕ ਬੜਾ ਦੇਖਦੇ ਹਾਂ ਜਦੋਂ ਆਪਾਂ ਫਾਰਮਾਂ 'ਤੇ ਕਈ ਵਾਰ ਜਾਈਦਾ ਤਾਂ ਉਹ ਬੜੇ ਤਰੀਕੇ ਦੇ ਨਾਲ ਉਹਨੂੰ ਸੰਭਾਲ ਕੇ ਰਜਾਈ ਜੀ 'ਚ ਲਪੇਟ ਕੇ ਰੱਖਿਆ ਹੁੰਦਾ ਹੈ ਨਾ, ਅਤੇ ਇਹ ਤੁਸੀਂ ਇੱਕ ਪਰ ਤੁਹਾਡੇ ਕਈ ਬੂਟੇ ਤੁਸੀਂ ਇੱਦਾਂ ਛੱਡੇ ਹੋਏ ਨੇ, ਮਤਲਬ ਖੁੱਲ੍ਹੇ ਨੇ, ਅਤੇ ਇਹ ਕਵਰ ਕਰਨ ਦੀ ਕੀ ਵਜ੍ਹਾ ਰਹੀ, ਕੀ ਇਹਦਾ ਜਿਹੜਾ ਫਰੂਟ ਨੂੰ ਫਾਇਦਾ ਕੀ ਹੁੰਦਾ? ਇਹਨੂੰ ਫਰੂਟ ਨੂੰ ਨਹੀਂ ਫਾਇਦਾ ਹੁੰਦਾ ਇੰਨਾ ਜ਼ਿਆਦਾ, ਥੋੜ੍ਹਾ ਜਿਹਾ ਪੱਕਣ ਨੂੰ ਠੀਕ ਹੋ ਜਾਂਦਾ ਹੈ ਜੀ। ਪਰ ਇਹਦੇ 'ਚ ਇੱਕ ਪੁਰਾਣੀ ਆਪਣੀ ਕਹਾਵਤ ਹੈ ਪੰਜਾਬੀ ਦੀ ਜੀ, ਜਦੋਂ ਹਲ ਜੋਤਦੇ ਸੀ ਜੀ ਤੇ ਉਹ ਕਹਿੰਦੇ ਸੀ ਵੀ ਇੱਕ ਹਾਲੀ ਦੀ, ਇੱਕ ਪਾਲੀ ਦੀ, ਇੱਕ ਚਿੜੀ ਦੀ, ਇੱਕ ਜਾਨਵਰ ਦੀ।
ਤੇ ਮਤਲਬ ਜਿਨ੍ਹਾਂ ਨੂੰ ਨਹੀਂ ਸਮਝ ਆਉਂਦੀ ਮੈਂ ਉਹਨਾਂ ਵਾਸਤੇ ਥੋੜ੍ਹਾ ਜਿਹਾ ਐਕਸਪਲੇਨ ਕਰ ਦਿੰਦਾ ਬਈ ਜਿਹੜੀ ਫਸਲ ਨਿਕਲੂਗੀ ਇੱਕ ਹਿੱਸਾ ਹਾੜੀ ਦਾ ਜਿਹੜਾ ਹਲ ਜੋਤਦਾ ਹੈ, ਇੱਕ ਹਿੱਸਾ ਪਾਲੀ ਦਾ ਜਿਹੜੇ ਹਲ ਜੋਤਣ ਵਾਲੇ ਤੇ ਪਲਦੇ ਨੇ, ਜੋ ਡੰਗਰ ਵਗੈਰਾ ਚਰਾਉਂਦੇ ਹੁੰਦੇ ਨੇ ਪਿੰਡ ਨੂੰ ਪਾਲੀ ਕਹਿੰਦੇ ਨੇ, ਚਾਹੇ ਚਾਹੇ ਉਹਦਾ ਟੱਬਰ ਹੋਵੇ, ਚਾਹੇ ਸੀਰੀ ਨੇ, ਚਾਹੇ ਡੰਗਰ ਨੇ, ਜੋ ਵੀ ਨੇ। ਤੇ ਇੱਕ ਹਿੱਸਾ ਚਿੜੀ ਦਾ। ਸੋ ਇਹ ਜਿੰਨੇ ਕੁ ਸਾਨੂੰ ਚਾਹੀਦੇ ਨੇ ਉਹਨੇ ਅਸੀਂ ਛੱਡਤੇ, ਬਾਕੀ ਹਿੱਸਾ ਅਸੀਂ ਚਿੜੀਆਂ ਦਾ ਛੱਡਿਆ, ਠੀਕ ਹੈ। ਇੱਕ ਹਿੱਸਾ ਜਾਨਵਰ ਦਾ। ਸੋ ਇਹੀ ਹੈ ਖੇਤੀ ਦਾ ਤਾਂ ਕਹਿ ਦਈਏ ਜੋ ਪੁਰਾਣਾ ਆਪਾਂ ਨੂੰ ਵਿਰਾਸਤ 'ਚ ਮਿਲਿਆ ਨਾ, ਉਹ ਇਹ ਅਸੂਲ ਸੀ ਪੁਰਖਿਆਂ ਨੇ ਸਿਖਾਇਆ ਵੀ ਲਾਲਚ ਵਾਲੀ ਤਾਂ ਖੇਤੀ ਹੈ ਹੀ ਨਹੀਂ। ਵੀ ਸਭ ਤੋਂ ਪਹਿਲਾਂ ਜੋ ਤੁਸੀਂ ਖੇਤ 'ਚ ਉਗਾਇਆ ਨਾ, ਉਹ ਪਹਿਲਾ ਛਿੱਟਾ ਹੀ ਇਹ ਕਹਿ ਦਈਏ ਪਰਮਾਤਮਾ ਨੂੰ ਧਿਆ ਕੇ ਦਿਓ ਵੀ ਇਹਦੇ ਨਾਲ ਸਰਬੱਤ ਦਾ ਭਲਾ ਹੋਵੇ। ਜੇ ਕਿਸਾਨ ਇਹ ਸੋਚੂਗਾ ਸ਼ਾਇਦ ਆਪਣੇ ਆਪ ਕੁਦਰਤ ਉਹਦੀ ਮਦਦ ਕਰਦੀ ਹੈ। ਤੇ ਇਹ ਜ਼ਰੂਰ ਇਹ ਲੌਜਿਕ ਤਾਂ ਕਹਿ ਦਈਏ ਹੋਣਾ ਚਾਹੀਦਾ ਜਿਹੜਾ ਅੱਜ ਦੀ ਖੇਤੀ ਤੋਂ ਵਿਸਰਦਾ ਜਾ ਰਿਹਾ, ਕਿਉਂਕਿ ਹੁਣ ਇਹ ਪੈਸਾ ਕਮਾਊ ਹੈ ਜਿਹੜਾ ਬਿਜ਼ਨਸ ਬਣ ਗਿਆ। ਹੁਣ ਜੋ ਧਰਨੇ ਲੱਗ ਰਹੇ ਨੇ ਉੱਥੇ ਹੀ ਤਾਂ ਕਿਹਾ ਜਾ ਰਿਹਾ ਵੀ ਖੇਤੀ ਸਾਡਾ ਕਲਚਰ ਹੈ, ਖੇਤੀ ਕੋਈ ਬਿਜ਼ਨਸ ਨਹੀਂ ਹੈ। ਤੇ ਇੱਧਰ ਆਪਾਂ ਹੁਣ ਜੇਕਰ ਤੁਹਾਡੀ ਫਸਲ ਦੀ ਗੱਲ ਕਰੀ, ਮੈਂ ਹੈਰਾਨ ਆ ਵੀ ਜਿਵੇਂ ਨਾ ਹਰ ਤੁਸੀਂ ਦੱਸਿਆ ਵੀ ਬੂਟੇ ਲੱਗੇ ਹੋਏ, ਇੱਕ ਤਰੀਕੇ ਨਾਲ ਦਰਖਤ ਹੀ ਬਣ ਗਏ ਨੇ ਸਾਰੇ, ਵੀ ਜਿਵੇਂ ਕੋਈ ਬੂਟੇ ਵਗੈਰਾ ਲਾਏ ਹੁੰਦੇ ਨੇ। ਇਹ ਕਿਹੜੀ ਤੁਸੀਂ ਜਿਹੜੀ ਵੈਰਾਈਟੀ ਆ ਵੀ ਕਿਵੇਂ ਇਹਦਾ ਝਾੜ ਆ, ਕਿ ਇਹਨੂੰ ਹਰਾਂ ਨੂੰ ਸੰਭਾਲ ਕੇ ਇੱਦਾਂ ਕਿਸਾਨ ਫਾਇਦਾ ਲੈ ਸਕਦਾ ਕਿ ਇਹਨੂੰ ਸਿਰਫ ਉਹੀ ਸਮੇਂ 'ਚ ਕੱਟ ਕੇ ਹੀ ਜ਼ਿਆਦਾ ਬੈਨੀਫਿਟ ਆ? ਇਹ ਸਾਡੀ ਦੇਸੀ ਵੈਰਾਈਟੀ ਹੈ ਜੀ ਅਰਹਰ ਦੀ। ਇਹ ਬੂਟਾ ਸਾਡੇ ਨਾਲ 3 ਤੋਂ 5 ਸਾਲ ਹੀ ਰਹਿੰਦਾ ਹੈ ਔਰ ਸਾਲ 'ਚ ਸਾਨੂੰ 2 ਦਫਾ ਫਸਲ ਦਿੰਦਾ ਹੈ। ਇਹਦਾ ਇੱਕ ਹੋਰ ਸਾਈਡ ਬੈਨੀਫਿਟ ਸਾਨੂੰ ਇਹ ਹੈ ਵੀ ਜੇ ਹੁਣ ਮੇਰੇ ਖਿਆਲ ਤੁਹਾਡੇ ਇਹਦੇ ਸਾਊਂਡ ਆਊਗਾ ਕਿ ਨਹੀਂ, ਪਰ ਜੇ ਇਹਦੇ ਅੰਦਰ ਅਸੀਂ ਜਾ ਕੇ ਦੇਖੀਏ, ਇਹਦੇ 'ਚ ਇੰਨੇ ਕਿਸਮ ਦੇ ਪੋਲੀਨੇਟਰ ਫਿਰਦੇ ਨੇ ਜਿਹੜੇ ਦੂਜੇ ਮਾੜੇ ਕੀੜਿਆਂ ਨੂੰ, ਜਿਹੜੇ ਸਾਡੇ ਨੁਕਸਾਨ ਪਹੁੰਚਾਉਣ ਵਾਲੇ ਕੀੜੇ ਨੇ, ਉਹਨਾਂ ਦਾ ਸੰਤੁਲਨ ਬਣਾ ਕੇ ਰੱਖਦੇ ਨੇ। ਗਰੇਵਾਲ ਸਾਹਿਬ, ਇਹ ਤੁਸੀਂ ਦੱਸਿਆ ਬਕਲਮ, ਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਵੀ ਇਹਦੀ ਕਿਹੜੀ ਸਬਜ਼ੀ ਵਗੈਰਾ ਬਣਦੀ ਆ, ਦਾਲ ਵੀ ਬਣ ਜਾਂਦੀ ਹੈ ਇਹਦੀ, ਤੇ ਇਹ ਕਿੱਥੋਂ ਦੀ ਵੈਰਾਈਟੀ ਹੈ ਤੇ ਇਹਦੇ ਲਈ ਕਿਸ ਤਰੀਕੇ ਦੀਆਂ ਰਿਕੁਆਇਰਮੈਂਟਾਂ ਜ਼ਰੂਰੀ ਨੇ, ਕਿੰਨੇ ਸਮੇਂ ਤੋਂ ਕਿੰਨੇ ਵਿੱਚ ਹੋ ਜਾਂਦੀ ਆ? ਇਹ ਆਪਣੀ ਤਕਰੀਬਨ ਬਿਹਾਰ ਏਰੀਆ, ਉਹ ਸੈਂਟਰਲ ਇੰਡੀਆ ਦੀ ਵੈਰਾਈਟੀ ਹੈਗੀ ਇਹ। ਤੇ ਇਹਨੂੰ ਜੇ ਤੁਸੀਂ ਐਜ਼ ਬੀਨ ਖਾਣਾ ਚਾਹੋ, ਜਿਵੇਂ ਫਰਾਂਸ ਬੀਨ ਆ ਜਾਂਦੀ ਹੈ, ਤੁਸੀਂ ਉਹ ਖਾ ਸਕਦੇ ਹੋ, ਪਰ ਅਸੀਂ ਇਹਨੂੰ ਪਕਾ ਕੇ ਥੋੜ੍ਹੀ ਜਿਹੀ ਦਾਲ ਵਾਂਗੂ ਜੀ ਬਣਾ ਲੈਂਦੇ ਹਾਂ। ਇੱਕ ਥੋੜ੍ਹੀ ਜਿਹੀ ਪੱਕਣ ਵਾਲੀ ਹੈ, ਮੈਂ ਤੁਹਾਨੂੰ ਉਹਦਾ ਤੋੜ ਕੇ ਤੁਹਾਨੂੰ ਦਿਖਾਉਣਾ ਦਾਣਾ ਕਿਹੋ ਜਿਹਾ ਬਣਦਾ ਉਹਦਾ, ਪਰ ਅਜੇ ਪੂਰਾ ਇਹਦਾ ਦਾਣਾ ਬਣਿਆ ਨਹੀਂ ਹੈ। ਮਟਰ ਵਾਂਗੂ ਇਹਦਾ ਮਤਲਬ? ਹਾਂਜੀ, ਲਓ ਜਿਵੇਂ ਮਟਰ ਹੀ ਹੈ ਵੈਸੇ। ਹਾਂਜੀ, ਹੁਣ ਇਹਨੂੰ ਅਸੀਂ ਜਦੋਂ ਸੁੱਕ ਜੂਗੀ, ਨਾਰਮਲੀ ਉਦੋਂ ਕੱਢੀਦਾ ਜਿਵੇਂ ਰਾਜਮਾ ਨਿਕਲ ਜਾਂਦੇ ਨੇ, ਠੀਕ ਹੈ। ਤੇ ਇਹਨੂੰ ਉੱਦਾਂ ਖਾਈਦਾ, ਫਿਰ ਜਿਵੇਂ ਦਾਲ ਬਣ ਗਈ, ਰਾਜਮਾ ਬਣ ਗਏ, ਤਕਰੀਬਨ ਅਸੀਂ ਤਾਂ ਉੱਦਾਂ ਇਹਨੂੰ ਖਾਂਦੇ ਹਾਂ। ਤੇ ਕਿਹੜੇ ਸੀਜ਼ਨ ਦੀ ਹੋਈ ਆਪਾਂ, ਕਿੰਨੀ ਕਿਹਦੀ ਉਮਰ? ਇਹਨੂੰ ਅਸੀਂ ਤਕਰੀਬਨ ਕਣਕ ਦੇ ਨਾਲ ਲਾ ਦਿੰਦੇ ਹਾਂ। ਜਦੋਂ ਕਣਕ ਤੇ ਛੋਲੇ ਲਾਉਂਦੇ ਹਾਂ ਤੇ ਉਹਦੇ ਨਾਲ ਹੀ ਪੱਕਦੀ ਹੈ ਇਹ ਛੋਲਿਆਂ ਤੇ। ਖਾ ਕੇ ਮਟਰ ਦੀ ਭੈਣੇ ਲੱਗਦੀ ਹੈ। ਹਾਂਜੀ। ਇਹਦਾ ਝਾੜ ਵਗੈਰਾ ਕਿੰਨਾ, ਤੇ ਇਹਨੂੰ ਫਿਰ ਬੀਜਣਾ ਕਿਵੇਂ ਪੈਂਦਾ? ਮਤਲਬ ਇਦਾਂ ਹੀ ਇਹਦੇ ਬੀਜ ਆਪਾਂ ਨੇ ਉਹ ਵਿੱਚ ਉਹ ਕਰ ਦੇਣਾ ਕਿ ਕੋਈ ਹੋਰ ਚੀਜ਼? ਨਹੀਂ, ਇਸੇ ਦੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਬੀਜ ਰੱਖ ਲੈਣਾ ਇਹਦੇ ਚੋਂ, ਤੇ ਅਗਲੇ ਸਾਲੇ ਤੋਂ ਵਧੀਆ ਬੀਜ ਲਾ ਦੇਣੇ ਆ। ਤੇ ਅਸੀਂ ਲਾਉਣੇ ਸਭ ਕੁਝ ਹੀ ਸਾਡਾ ਤਕਰੀਬਨ ਡੋਲਾਂ ਤੇ ਲੱਗਦਾ ਹੈ, ਕਿਉਂਕਿ ਸਰਦੀਆਂ 'ਚ ਸਾਡੇ 1-2 ਦਫਾ ਬੇਮੌਸਮੀ ਮੀਂਹ ਪੈਂਦੇ ਨੇ ਔਰ ਬੱਤ ਸਾਡਾ ਛੇਤੀ ਆਉਂਦਾ ਨਹੀਂ ਹੈ, ਕਿਉਂਕਿ ਸਾਡੀ ਜ਼ਮੀਨ ਇਹੀ ਜਿਹੀ ਹੈ ਕਲਰ ਡਾਕਰ, ਤੇ ਉਹਨੂੰ ਬਚਾਉਣ ਵਾਸਤੇ ਫਿਰ ਅਸੀਂ ਸਾਰਾ ਕੁਝ ਹੀ ਤਕਰੀਬਨ ਡੋਲਾਂ ਤੇ ਕਰਕੇ ਉੱਦਾਂ ਲਾਉਂਦੇ ਆ। ਤੇ ਹੋਰ ਕਿਸਾਨ ਵੀ ਇਹ ਲਾਉਂਦੇ ਨੇ ਆਪਣੇ ਨਾਰਮਲ? ਇਹ ਮੈਂ ਦੇਖਿਆ, ਮੈਂ ਤਾਂ ਆਪ ਨਹੀਂ ਦੇਖਿਆ ਜੀ। ਹਾਂਜੀ, ਮੈਂ ਨਹੀਂ ਕਿਤੇ ਦੇਖੇ ਇਹ। ਤੁਹਾਨੂੰ ਕਿਵੇਂ ਆਈਡੀਆ ਆਇਆ ਵੀ ਮੈਂ ਲਾਵਾਂ ਇਹ? ਅਸੀਂ ਹਮੇਸ਼ਾ ਦੇਖਦੇ ਰਹਿੰਦੇ ਆ ਵੀ ਨਵੀਂ ਚੀਜ਼ ਕੀ ਲੱਗ ਸਕਦੀ ਹੈ ਆਪਣੇ ਇੱਥੇ। ਝੋਨਾ ਤੇ ਕਣਕ ਤੋਂ ਜੇ ਹਟਣਾ ਪੈ ਜਾਵੇ ਕਿਸੇ ਟਾਈਮ, ਨਵੀਂ ਚੀਜ਼ ਆਪਾਂ ਲਾ ਲੈਣਾ, ਫਿਰ ਉਹਨੂੰ ਵੇਚਣਾ ਵੀ ਹੁੰਦਾ, ਤਾਂ ਮਤਲਬ ਲੋਕ ਅਵੇਅਰ ਹੈਗੇ ਨੇ ਚੀਜ਼ ਖਰੀਦਣ ਦੇ ਲਈ ਵੀ ਚਾਹ ਬਣਾ ਲਈ ਦਾਲ? ਹਾਂਜੀ, ਹੁਣ ਲੋਕਾਂ ਜਿਹੜੇ ਪਹਿਲਾਂ ਨਹੀਂ ਸੀਗੇ, ਪਰ ਹੁਣ ਜਿਵੇਂ ਹੌਲੀ ਹੌਲੀ, ਜਿਵੇਂ ਅਸੀਂ ਮੈਂ ਤੁਹਾਨੂੰ ਦੱਸਿਆ ਸੀ ਵੀ ਸਾਡੇ ਨਾਲ 17 ਟੱਬਰ ਨੇ ਜਿਹੜੇ ਜੁੜੇ ਹੋਏ ਨੇ, ਤੇ ਹੁਣ ਬੜੇ ਸ਼ੌਕ ਨਾਲ ਲੈਂਦੇ ਨੇ, ਮੰਗ ਕੇ ਲੈਂਦੇ ਨੇ ਵੀ ਉਹ ਕਦੋਂ ਆਊਗਾ ਤੁਹਾਡਾ ਫਲਾਣੀ ਚੀਜ਼। ਕਿਸੇ ਨੂੰ ਕਿਸੇ ਚੀਜ਼ ਦਾ ਸਵਾਦ ਪੈ ਜਾਂਦਾ, ਕਿਸੇ ਨੂੰ ਕਿਸੇ ਹੋਰ ਚੀਜ਼ ਦਾ ਸਵਾਦ ਪੈ ਜਾਂਦਾ। ਤੇ ਗਰੇਵਾਲ ਸਾਹਿਬ, ਇੱਧਰ ਫਿਰ ਤੁਸੀਂ ਜਿਹੜੀ ਇਹ ਕੁੱਕੜ ਮਹਾਰਾਜ ਉਹਨਾਂ ਦੀ ਰਿਹਾਇਸ਼ਗਾਹ ਬਣਾਈ ਹੋਈ ਆ, ਨਾਲ ਪਸ਼ੂ ਡੰਗਰ ਇੱਧਰ ਰੱਖਿਆ ਹੋਇਆ, ਇਹ ਪੋਸ਼ਣ ਫਿਰ ਮਤਲਬ ਕਵਰ ਬੜਾ ਵਧੀਆ ਤਰੀਕੇ ਨਾਲ ਕੀਤਾ ਹੋਇਆ ਇਹਨਾਂ ਦਾ, ਘਰੇ ਬਣਾਏ ਹੋਏ ਇਹਨੂੰ ਤਾਂ। ਬਸ ਹੁਣ ਇੱਥੇ ਅਸੀਂ
ਬਣਾਇਆ ਇੱਦਾਂ ਹੈਗਾ ਵੀ ਇਸ ਐਤਕੀ ਅਸੀਂ ਪਸ਼ੂਆਂ ਨੂੰ ਵੀ ਥੋੜ੍ਹਾ ਖੁੱਲ੍ਹਾ ਛੱਡਾਂਗੇ, ਬੰਨੇ ਰਹਿੰਦੇ ਨੇ ਬਹੁਤਾ ਟਾਈਮ, ਸਹੀ ਗੱਲ ਹੈ। ਅਤੇ ਜਿੰਨਾ ਕੁ ਅਸੀਂ ਇਹਨਾਂ ਨੂੰ ਮੁਰਗੀਆਂ ਨੂੰ ਵੀ ਖੁੱਲ੍ਹਾ ਜਿੰਨਾ ਥਾਂ ਦੇ ਸਕਦੇ ਹਾਂ ਓਨਾ ਅਸੀਂ ਖੁੱਲ੍ਹਾ ਦਿੰਦੇ ਹਾਂ। ਯਾਨੀ ਮੁਰਗੀਆਂ ਜਿਹੜੀਆਂ ਖੁਸ਼ ਹੋਣ, ਆਂਡਾ ਖੁਸ਼ ਹੋ ਕੇ ਦੇਣ, ਉਹ ਆਂਡੇ 'ਚ ਵੀ ਕਦੀ ਉਹੋ ਜਿਹੀ ਤਾਕਤ ਹੁੰਦੀ ਹੈ। ਜੇ ਪਹਿਲਾਂ ਹੀ ਉਹਨੂੰ ਮਾੜੇ ਜਿਹੇ ਖੁੱਡੇ 'ਚ ਰੱਖ ਲਓ ਡਿਪਰੈਸ਼ਨ 'ਚ, ਮੁਰਗੀ ਵੀ ਚੱਲ ਜਾਂਦੀ ਹੈ, ਆਂਡਾ ਵੀ ਡਿਪਰੈਸ਼ਨ ਵਾਲਾ ਤੇ ਉਹਨੂੰ ਖਾਣ ਵਾਲਾ ਵੀ ਡਿਪਰੈਸ਼ਨ 'ਚ। ਬਿਲਕੁਲ ਬਿਲਕੁਲ ਠੀਕ ਗੱਲ ਹੈ ਤੁਹਾਡੀ, ਬਿਲਕੁਲ ਠੀਕ ਗੱਲ ਹੈ। ਇਹ ਆਪਾਂ ਜਾਨਵਰਾਂ ਦਾ ਮਾਹੌਲ ਵੀ ਉਹੋ ਜਿਹਾ ਬਣਾਈਏ ਵੀ ਉਹ ਵੀ ਖੁਸ਼ ਹੋ ਕੇ ਜਿਹੜੀ ਪ੍ਰੋਡਕਸ਼ਨ ਕਰਨ। ਹਾਂਜੀ ਹਾਂਜੀ ਬਿਲਕੁਲ। ਇੱਧਰ ਆ ਗਾਇਆਂ ਬਾਰੇ ਸਾਨੂੰ ਜਾਣਕਾਰੀ ਦਿਓ। 2 ਹੀ ਰੱਖੀਆਂ ਹੋਈਆਂ ਨੇ, ਫਿਰ ਇਹ ਘਰ ਲਈ ਰੱਖੀਆਂ ਹੋਈਆਂ ਨੇ ਕਿ ਮਾੜਾ ਮੋਟਾ ਤੁਸੀਂ ਲੇਖ ਤੇ ਉਹ ਵੀ ਕਰਦੇ ਹੋ? ਜਿਹੜੀ ਉਹ ਪਰੇ ਹੈਗੀ ਉਹ ਸਾਹੀਵਾਲ ਹੈ ਸਾਡੀ। ਹੁਣ ਉਹਨੇ ਆ ਛੋਟਾ ਬੱਚਾ ਦਿੱਤਾ ਸਾਨੂੰ, ਚੌਥਾ ਸੂਆ ਸੀ ਇਹਦਾ, ਅਤੇ ਇਹ ਵੱਡੇ ਵਾਲੀ ਉਸੇ ਦੀ ਬੱਚੀ ਹੈ, ਅਤੇ ਉਹ ਵਿਚਾਲੇ ਬੱਚਾ ਉਹਦਾ ਹੀ ਬੈਠਾ ਹੈ। ਆਪਾਂ ਨੇੜੇ ਪਹਿਲਾਂ ਜਾਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਤੁਹਾਡੀਆਂ ਗਾਇਆਂ ਬੜੀਆਂ ਅੜਬ ਜਿਹੀਆਂ ਨੇ। ਇਹ ਕੀ ਸੁਭਾਅ ਬਣਿਆ ਇਹਨਾਂ ਦਾ, ਕੀ ਚੱਕਰ ਹੈ? ਇਹ ਵੀ ਜਿਵੇਂ ਤੁਸੀਂ ਦੇਖ ਲਓ, ਜਿਵੇਂ ਵਾਚ ਡੌਗ ਹੁੰਦਾ, ਰਖਵਾਲੀ ਵਾਲੇ ਕੁੱਤੇ ਹੁੰਦੇ ਨੇ, ਇਹ ਵੀ ਪੂਰਾ ਉੱਦਾਂ ਹੀ ਰਖਵਾਲੀ ਕਰਦੀਆਂ ਨੇ। ਜਿਹੜਾ ਕੋਈ ਨਵਾਂ ਬੰਦਾ ਆਉਂਦਾ ਉਹਨੂੰ ਥੋੜ੍ਹਾ ਜਿਹਾ ਪੈਂਦੀਆਂ ਨੇ, ਪਰ ਆਪਣੇ ਜਿਹੜੇ ਰੋਜ਼ ਵਾਲੇ ਜਿਨ੍ਹਾਂ ਦਾ ਹੱਥ ਪੈਂਦਾ ਉਹਨਾਂ ਨੂੰ ਕੁਛ ਨਹੀਂ ਕਹਿੰਦੀਆਂ ਨੇ। ਜੋ ਤੁਸੀਂ ਇੱਧਰ ਦੇਖਿਆ, ਅਤੇ ਇੱਧਰ ਤੁਸੀਂ ਜਿਹੜਾ ਸਾਰਾ ਕਹਿ ਦਈਏ ਵੀ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਵੀ ਅੱਜ ਕਿਸਾਨ ਦੇ ਲਈ ਵੀ ਉਹ ਸਾਰਾ ਕੁਛ ਕਰ ਲੈਂਦਾ, ਪੈਦਾ ਵੀ ਕਰ ਲੈਂਦਾ, ਉਹਨੂੰ ਵਧੀਆ ਤਰੀਕੇ ਨਾਲ ਉਗਾ ਵੀ ਲੈਂਦਾ, ਪਰ ਮੁੱਕਦੀ ਗੱਲ ਉੱਥੇ ਆ ਕੇ ਵੀ ਉਹਦੀ ਜਿਹੜੀ ਮਾਰਕੀਟਿੰਗ ਆ ਉਹ ਨਹੀਂ ਕਰ ਪਾਉਂਦਾ। ਅਤੇ ਉਹ ਕਿਸਾਨ ਨੂੰ ਅੱਜ ਕੱਲ੍ਹ ਜਾਗਣ ਦੀ ਲੋੜ ਹੈ। ਅਤੇ ਤੁਸੀਂ ਜਿਹੜਾ ਆਪਣਾ ਫਾਰਮ ਬਣਾਇਆ ਹੋਇਆ, ਆਪਾਂ ਕਹਿ ਦਈਏ ਇੱਧਰ ਦੇਖ ਸਕਦੇ ਹਾਂ ਵੀ ਸਭ ਤੋਂ ਪਹਿਲਾਂ ਤਾਂ ਨਿਗਾਹ ਇੱਕਦਮ ਜਿਹੜੀਆਂ ਤੋਰੀਆਂ ਵਗੈਰਾ ਟੰਗੀਆਂ ਹੋਈਆਂ ਨੇ ਉਹ 'ਤੇ ਜਾਂਦੀ ਹੈ ਵੀ ਇਹ ਵੀ ਕੁਦਰਤੀ ਸਟੋਰੇਜ ਹੈ ਇੱਕ ਤਰੀਕੇ ਦੇ ਨਾਲ, ਸੀਡ ਸਟੋਰੇਜ। ਅਤੇ ਤੁਸੀਂ ਇੱਥੇ ਬੜਾ ਸੋਹਣਾ ਆਫਿਸ ਬਣਾਇਆ ਹੋਇਆ, ਇੱਥੇ ਸੀਡ ਬੈਂਕ ਬਣਾਇਆ ਹੋਇਆ, ਗ੍ਰੇਨ ਸਟੋਰ ਬਣਾਇਆ ਹੋਇਆ, ਅਤੇ ਇਹ ਚੀਜ਼ਾਂ ਦੀ ਮੈਨੇਜਮੈਂਟ ਦੀ ਕਿੰਨੀ ਕੁ ਜ਼ਰੂਰਤ ਕਹਿ ਦਈਏ ਅੱਜ ਫਾਰਮਿੰਗ 'ਚ ਮੰਨਦੇ ਹੋ? ਇਹ ਦੇਖੋ, ਤੁਸੀਂ ਪਹਿਲਾਂ ਵੀ ਪੁੱਛਿਆ ਸੀ ਵੀ ਪੁਰਾਣੀ ਗੱਲ ਤੁਸੀਂ ਕਰ ਰਹੇ ਸੀ, ਪੁਰਾਣੇ ਕੰਮ ਕਰਨ ਦੇ ਤਰੀਕੇ। ਮੈਂ ਸਮਝਦਾ ਵੀ ਹਰੇਕ ਪੁਰਾਣਾ ਕੰਮ ਕਰਨ ਦਾ ਤਰੀਕਾ ਜਿਹੜਾ ਹੈ ਉਹ ਮਾੜਾ ਨਹੀਂ ਹੁੰਦਾ, ਔਰ ਹਰ ਨਵਾਂ ਤਰੀਕਾ ਚੰਗਾ ਨਹੀਂ ਹੁੰਦਾ। ਪਰ ਸਾਡੀ ਬਦਕਿਸਮਤੀ ਇਹ ਹੈ ਵੀ ਅਸੀਂ ਕੋਈ ਵੀ ਨਵੀਂ ਚੀਜ਼ ਆਉਂਦੀ ਹੈ ਉਹਨੂੰ ਆਪਾਂ ਬਗੈਰ ਸੋਚੇ ਸਮਝੇ ਅਸੀਂ ਛਾਲ ਮਾਰ ਕੇ ਫੜ ਲੈਂਦੇ ਹਾਂ, ਬਗੈਰ ਇਹ ਸੋਚੇ ਵੀ ਜਿਹੜੀ ਪੁਰਾਣੀ ਚੀਜ਼ ਦਾ ਕੀ ਵੈਲਿਊ ਹੈ, ਅਤੇ ਉਹਨੂੰ ਕੰਪੇਅਰ ਨਹੀਂ ਕਰਦੇ ਵੀ ਪੁਰਾਣੀ ਚੀਜ਼ ਕਿਵੇਂ ਰੱਖਣੀ ਹੈ, ਉਹਦਾ ਕੀ ਵੈਲਿਊ ਹੈ, ਉਹ ਰੱਖੀਏ ਨਵੀਂ ਚੀਜ਼ ਵਾਸਤੇ ਜਾਂ ਨਾ ਰੱਖੀਏ। ਅਤੇ ਹੁਣ ਤੁਸੀਂ ਦੇਖੋ ਇੱਥੇ ਸਾਡੇ ਜਿਹੜੇ ਆਪਾਂ ਰੱਖਦੇ ਹਾਂ, ਅਸੀਂ ਆਪਣਾ ਬੀਜ ਐ ਬਚਾ ਕੇ ਰੱਖਦੇ ਹਾਂ। ਇਹ ਜਿਹੜੇ ਮੇਰੇ ਨੇ ਇਹ ਮੈਂ ਇਹਨਾਂ ਨੂੰ ਬੈਕਅਪ ਕਹਿੰਦਾ। ਹੁਣ ਇਹ ਜਿਹੇ ਮੇਰੇ ਕੋਲ ਅੰਦਰ ਵੀ ਪਏ ਨੇ, ਉਹ ਥੋੜ੍ਹੇ ਜ਼ਿਆਦਾ ਭਰੇ ਹੋਏ ਨੇ, ਜਿਵੇਂ ਮਿੱਟੀ ਦੇ ਵਿੱਚ ਆਪਾਂ ਨੇ ਕਹਿ ਦਈਏ। ਹਾਂਜੀ, ਸੋ ਹੁਣ ਇਹਦੇ 'ਚ ਲਿਖਿਆ ਹੋਇਆ ਮੈਂ ਤਾਂ ਆਪ ਇਹਨਾਂ ਨੂੰ ਕਦੀ ਇਹਨਾਂ ਨੂੰ ਕਹਿੰਦੇ ਕੀ, ਮੈਂ ਤਾਂ ਆਪ ਭੁੱਲ ਗਿਆ। ਤੌੜੀਆਂ ਛੋਟੀਆਂ ਠੀਕ ਹੈ। ਠੀਕ ਹੈ, ਇਹਦੇ 'ਚ ਹੁਣ ਅਸੀਂ ਇਹ ਲਾਤਾ ਵੀ ਇਹ ਕਿਹੜੇ ਮੌਸਮ ਦਾ ਹੈ, ਕਿਹੜੇ ਸਾਲ 'ਚ ਅਸੀਂ ਕੀਤਾ ਸੀ, ਅਤੇ ਇਹ ਕਿਹੜੀ ਚੀਜ਼ ਹੈ। ਠੀਕ ਹੈ, ਹੁਣ ਇਹਦੇ 'ਚ ਸਾਨੂੰ ਪਾਉਣ ਦੀ ਤਾਂ ਹੈ ਵੀ ਨਾ ਇਹਦੇ 'ਚ ਗਰਮੀ ਜ਼ਿਆਦਾ ਹੋਊਗੀ, ਨਾ ਠੰਡ ਜ਼ਿਆਦਾ ਹੋਊਗੀ, ਨਾ ਬਰਸਾਤਾਂ 'ਚ ਇਹਦੇ 'ਚ ਮੋਇਸਚਰ ਜ਼ਿਆਦਾ ਹੋਊਗੀ। ਵਿੱਚ ਅਸੀਂ ਇਹਦੇ 'ਚ ਪਾ ਦਿੰਦੇ ਹਾਂ ਰਾਖ। ਸਵਾਹ ਪਾਈਏ ਵਿੱਚ ਥੋੜੀ। ਹਾਂਜੀ, ਸਵਾਹ ਨਾਲ ਇਹ ਹੁੰਦਾ ਵੀ ਨਾ ਇਹਦੇ 'ਚ ਕੋਈ ਕੀੜਾ ਪਊਗਾ, ਔਰ ਜਿਹੜੀ ਫੰਗੀਸਾਈਡ ਪ੍ਰੋਟੈਕਸ਼ਨ ਕਰਦੀ ਹੈ, ਜਿਵੇਂ ਕਹਿ ਦਈਏ ਫੰਗੀਸਾਈਡ ਐਂਡ ਇਨਸੈਕਟੀਸਾਈਡ ਸਾਰੀ ਪ੍ਰੋਟੈਕਸ਼ਨ ਆ ਜਾਂਦੀ ਹੈ, ਔਰ ਮੋਇਸਚਰ। ਠੀਕ ਹੈ, ਇਹ ਤਿੰਨੇ ਚੀਜ਼ਾਂ ਨਾਲ ਪ੍ਰੋਟੈਕਟ ਕਰਕੇ ਪਿਆ ਰਹਿੰਦਾ। ਅਤੇ ਕਦੇ ਖੁਦਾ ਨਾ ਖਾਸਤਾ ਸਾਡੇ ਜਿਹੜੇ ਮੇਨ ਬੀਜ ਨੇ ਜੇ ਕਿਤੇ ਉਹ ਖਰਾਬ ਹੋ ਗਏ, ਸਾਡੇ ਕੋਲ ਘੱਟੋ ਘੱਟ 2 ਸੀਜ਼ਨ ਦਾ ਬੈਕਅਪ ਪਿਆ ਹੈ, ਸੋ ਉਹ ਅਸੀਂ ਰੱਖਦੇ ਹਾਂ ਉੱਦਾਂ ਹੀ। ਅਤੇ ਸੀਡ ਬੈਂਕ ਤੁਸੀਂ ਇੱਧਰ ਬਣਾਇਆ ਹੈ, ਕਿੰਨੇ ਤੁਸੀਂ ਸੀਡ ਨੇ ਜਿਹੜੇ ਸਟੋਰ ਕੀਤੇ ਹੋਏ ਨੇ? ਗੁੱਡ ਕੁਐਸਚਨ, ਇਹ ਮੈਨੂੰ ਕਰਨਾ ਪੈਣਾ, ਪਰ ਤਕਰੀਬਨ ਅੰਦਾਜ਼ੇ ਨਾਲ ਜੇ ਮੈਂ ਕਹਾਂ ਤਾਂ ਤਕਰੀਬਨ 30 ਵੈਰਾਈਟੀਆਂ ਮੇਰੀਆਂ ਹੋਣੀਆਂ ਨੇ। ਠੀਕ ਹੈ, ਸਬਜ਼ੀਆਂ ਦੀ ਯਾਦ ਰੱਖਣੀ ਵੀ ਆਪ ਨੂੰ ਕਈ ਵਾਰ 30 ਦੇ ਨਾਂ ਔਖੇ ਹੋ ਜਾਂਦੇ। ਤਾਂ ਹੀ ਮੈਂ ਹਰੇਕ ਚੀਜ਼ 'ਤੇ ਲੇਬਲ ਲਾਉਣਾ ਵੀ ਇਹ ਕਿਹੜੇ ਸਾਲ ਦੀ ਹੈ, ਕਿਹੜੇ ਸੀਜ਼ਨ ਦੀ ਹੈ, ਅਤੇ ਕੀ ਚੀਜ਼ ਹੈ। ਸੋ ਤਕਰੀਬਨ 30 ਵੈਰਾਈਟੀਆਂ ਮੇਰੇ ਕੋਲ ਹੈਗੀਆਂ ਸਬਜ਼ੀਆਂ ਦੀਆਂ ਮਿਲਾ ਕੇ, ਸਬਜ਼ੀਆਂ, ਮੂੰਗਫਲੀ, ਹਲਦੀ, ਆਪਣੇ ਕਣਕ, ਚੌਲ। ਅਤੇ ਜਿਹੜੀਆਂ ਤੁਸੀਂ ਵੈਰਾਈਟੀਆਂ ਬੀਜ ਸਾਂਭ ਕੇ ਰੱਖੇ, ਇੱਥੇ ਤੁਸੀਂ ਆਪਣੇ ਪਰਪਸ ਲਈ ਰੱਖੀਆਂ ਕਿ ਮਾੜਾ ਮੋਟਾ ਹੋਰ ਕਿਸਾਨਾਂ ਦੇ ਲਈ ਵੀ ਤੁਸੀਂ ਇਹਨੂੰ ਸੇਲ ਆਊਟ ਵੀ ਕਰਦੇ ਹੋ ਜੇ ਕੋਈ ਤੁਹਾਡੇ ਕੋਲੋਂ ਡਿਮਾਂਡ ਕਰਦਾ? ਜਿਹੜੇ ਤਾਂ ਬੀਜ ਮੇਰੇ ਕੋਲ ਨਵੇਂ ਆਉਂਦੇ ਨੇ ਉਹ ਤਾਂ ਮੈਂ ਨਹੀਂ ਦਿੰਦਾ ਕਿਸੇ ਨੂੰ ਜੀ। ਜਿਹੜਾ ਬੀਜ ਮੇਰੇ ਕੋਲ ਤੀਜੀ ਦਫਾ ਸਕਸੈਸਫੁਲੀ ਫਸਲ ਦੇ ਗਿਆ, ਉਹਦੇ ਫਿਰ ਮੈਂ ਬੀਜ ਅੱਗੇ ਵੰਡਦਾ। ਠੀਕ ਹੈ, ਅਤੇ ਫਿਰ ਹੁਣ ਤੁਸੀਂ ਜੇਕਰ ਕਿਸਾਨ ਵੀਰ ਚਾਹਣ ਤਾਂ ਉਹ ਤੁਹਾਡੇ ਕੋਲ ਕਿਹੜਾ ਬੀਜ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਾ ਸਕਦੇ ਹੋ? ਕਣਕ ਦਾ ਜਾਂ ਹੋਰ ਚੀਜ਼ਾਂ ਦਾ ਕਿਹੜਾ ਤੁਸੀਂ ਰਿਕਮੈਂਡ ਕਰਦੇ ਹੋ?
ਜਿਹੜਾ ਤੁਸੀਂ ਐਨ ਢਾਲ ਲਿਆ ਆਪਣੇ ਹਾਲਾਤਾਂ ਦੇ ਅਨੁਸਾਰ। ਸਾਡਾ ਸ਼ਰਬਤੀ ਦਾ ਬੀਜ ਅਸੀਂ ਕਰ ਸਕਦੇ ਹਾਂ। ਸਾਡੀ ਦੇਸੀ ਅਰਹਰ ਦਾ ਅਸੀਂ ਸਾਡੇ ਕੋਲ ਹੈਗਾ, ਉਹ ਅਸੀਂ ਦੇ ਸਕਦੇ ਹਾਂ ਚੰਗਾ। ਸਾਲਕ ਨੂੰ ਅਸੀਂ ਸੌਂਫ ਦਾ ਵੀ ਦੇਣ ਨੂੰ ਤਿਆਰ ਹੋ ਜਾਵਾਂਗੇ। ਅਤੇ ਕੁਛ ਆਪਣੇ ਸਬਜ਼ੀਆਂ ਦੇ ਵੀ ਹੈਗੇ, ਪਰ ਉਹ ਤਾਂ ਸਬਜ਼ੀ ਵਾਲਾ ਤਾਂ ਤੁਹਾਨੂੰ ਕਿਤੋਂ ਹੀ ਕਈ ਚੰਗੀ ਜਗ੍ਹਾ ਤੋਂ। ਮੈਂ ਤੁਹਾਡੇ ਦੇਖ ਰਿਹਾ ਸੀ ਤੁਸੀਂ ਸੰਭਾਲ ਕੇ ਰੱਖੀਆਂ ਹੋਈਆਂ ਨੇ ਬੱਲੀਆਂ, ਦੇਖਣ ਨੂੰ ਬੜੀਆਂ ਚੰਗੀਆਂ ਲੱਗਦੀਆਂ ਨੇ। ਜਿਹੜੀ ਮੂਹਰੇ ਵਾਲੀ ਆ ਚੱਕੋ ਤੇ ਲਓ, ਇਹ ਤਾਂ ਕਹਦੀਏ ਬੜਾ ਸੋਹਣਾ ਗੁਲਦਸਤਾ ਜਿਹੜਾ ਕਹਦੀਏ ਬਣਿਆ ਹੁੰਦਾ। ਉਹ ਮੈਨੂੰ ਇੱਕ ਫਿਲਮ ਚੇਤੇ ਆ ਜਾਂਦੀ ਐਮੀ ਵਿਰਕ ਦੀ, ਉਹਦੇ ਵਿੱਚ ਉਹ ਕਹਦੀ ਪ੍ਰਪੋਜ਼ ਕਰਨ ਲੱਗਿਆ ਫੁੱਲ, ਕਹਿੰਦਾ ਜੱਟਾਂ ਦੀ ਤਾਂ ਆਹੀ ਫੁੱਲ ਨੇ। ਤਾਂ ਤੁਸੀਂ ਸੇਮ ਉਹੀ ਤਰੀਕੇ ਦੀ ਕਹਦੀ ਗੁਲਦਸਤਾ ਹੀ ਬਣਾਇਆ ਹੋਇਆ। ਅਤੇ ਇਹ ਮਤਲਬ ਕਿਹੜੀ ਵੈਰਾਈਟੀ ਹੈ ਇਹ? ਦੇਖਣ ਨੂੰ ਬੜੀ ਸੋਹਣੀ ਆ। ਇਹ ਯੂਪੀ ਤੋਂ ਮੈਨੂੰ ਕਿਸੇ ਨੇ ਭੇਜਿਆ ਸੀ, ਮੇਰੇ ਨਾਲ ਦੇ ਮਤਲਬ ਸ਼ੌਕੀਨ ਕੋਈ, ਉਹਨੇ ਕਿਹਾ ਸੀ ਇਹ ਟਰਾਈ ਕਰਕੇ ਦੇਖੋ। ਸਾਡੀ ਸੋਹਣੀ ਹੋ ਗਈ ਸੀ, ਇਹਦੇ 'ਚ ਝਾੜ ਵੀ ਚੰਗਾ ਆ ਗਿਆ ਸੀ। ਇਹਦੇ ਨਾਂ ਹੈ ਕੋਈ ਕਿ ਇਹਦੇ ਵੀ ਮਤਲਬ ਦੇਸੀ ਦੇ ਨਾਂ? ਦੇਸੀ ਕਰਕੇ ਭੇਜੀ ਸੀ ਉਹਨੇ, ਪਰ ਇਹ ਸਾਡੇ ਇੱਥੇ ਆਟਾ ਜਿਹੜਾ ਹੁਣ ਸਾਡਾ ਸ਼ਰਬਤੀ ਹੈ ਉਹਦਾ, ਹਾਲਾਂਕਿ ਸ਼ਰਬਤੀ ਦਾ ਝਾੜ ਇਹ ਤੋਂ ਤਕਰੀਬਨ ਤੀਜੇ ਹਿੱਸੇ ਦਾ ਹੈਗਾ। ਹਾਂ, ਘੱਟ, ਪਰ ਉਹ ਖਾਣ ਨੂੰ ਮਿੱਠੀ ਹੈ। ਅਤੇ ਗਰੇਵਾਲ ਸਾਹਿਬ, ਇਹ ਤਾਂ ਆਪਾਂ ਸਾਰੀ ਤੁਹਾਡੀ ਫਸਲਬਾੜੀ ਦੇ ਬਾਰੇ ਗੱਲ ਕੀਤੀ। ਹੁਣ ਅਖੀਰ ਦੇ ਵਿੱਚ ਮੇਰਾ ਇੱਕ ਸਵਾਲ ਇਹ ਹੈ ਵੀ ਸਭ ਤੋਂ ਵੱਡੀ ਦਿੱਕਤ ਆਉਂਦੀ ਹੈ ਆਪਾਂ ਨੂੰ ਮਾਰਕੀਟਿੰਗ 'ਤੇ ਇਹਨੂੰ ਵੇਚਣਾ ਕਿਵੇਂ ਆ। ਅਤੇ ਇਹ ਸਾਰੇ ਕਾਸੇ ਨੂੰ ਔਰਗੈਨਿਕ ਪ੍ਰੋਡਕਟ ਨੂੰ ਜਿਹੜੇ ਤੁਸੀਂ ਕੁਦਰਤੀ ਤਰੀਕੇ ਨਾਲ ਉਗਾਉਂਦੇ ਹੋ, ਤਾਂ ਇਹਦਾ ਸੇਲ ਦਾ ਕਿਵੇਂ ਕਰਦੇ ਹੋ? ਉਸ ਤਰੀਕੇ ਨੂੰ ਕਿੱਦਾਂ ਤੁਸੀਂ ਮੈਨੇਜ ਕੀਤਾ ਹੋਇਆ? ਦੇਖੋ, ਇਹਦੇ 'ਚ ਨਾ ਹਰੇਕ ਚੀਜ਼ ਦਾ ਲੋਡ ਆਪਾਂ ਕਿਸਾਨ 'ਤੇ ਨਹੀਂ ਪਾ ਸਕਦੇ ਜੀ। ਹੁਣ ਜਿਵੇਂ ਮੈਂ ਤੁਹਾਨੂੰ ਥੋੜ੍ਹੀ ਚਿਰ ਪਹਿਲਾਂ ਕਿਹਾ ਸੀ ਵੀ ਕਿਸਾਨ ਨੇ ਤਾਂ ਆਪਣੀ ਰੋਟੀ ਉਗਾਉਣੀ ਹੈ, ਠੀਕ ਹੈ। ਹੁਣ ਐਜ਼ ਅ ਕੰਜ਼ਿਊਮਰ ਜਿਹਨੇ ਰੋਟੀ ਖਾਣੀ ਹੈ, ਉਹਦਾ ਵੀ ਕੋਈ ਫਰਜ਼ ਬਣਦਾ ਹੈ ਵੀ ਮੈਂ ਦੇਖੋ, ਹੁਣ ਤੁਸੀਂ ਜੇ ਕੋਈ ਕੱਪੜਾ ਪਾਉਣਾ ਹੈ, ਤੁਸੀਂ 4 ਦੁਕਾਨਾਂ 'ਚ ਫਿਰੋਗੇ, ਤੁਸੀਂ 100 ਚੀਜ਼ਾਂ ਦੇਖੋਗੇ ਵੀ ਇਹਦਾ ਮੈਨੂੰ ਕੱਪੜਾ ਨਹੀਂ ਠੀਕ ਲੱਗਦਾ, ਇਹਦਾ ਮੈਨੂੰ ਰੰਗ ਨਹੀਂ ਠੀਕ ਹੈ, ਇਹਦਾ ਸਾਈਜ਼ ਨਹੀਂ ਫਿੱਟ ਆਉਂਦਾ, ਠੀਕ ਹੈ। 4 ਚੀਜ਼ਾਂ ਤੁਸੀਂ ਦੇਖੋਗੇ। ਗੱਡੀ ਲੈਣ ਜਾਓਗੇ, ਗੱਡੀ ਦੀ ਤੁਸੀਂ ਟਰਾਈ ਰਨ ਲਓਗੇ, 4 ਚੀਜ਼ਾਂ ਦੇਖੋਗੇ, ਫਾਈਨੈਂਸ ਹੁੰਦੀ ਹੈ ਨਹੀਂ ਹੁੰਦੀ, ਐਵਰੇਜ ਕੀ ਹੈ, 100 ਦੀ ਚੀਜ਼ ਦੇਖਦੇ ਹੋ। ਪਰ ਜਿਹੜੀ ਚੀਜ਼ ਤੁਸੀਂ ਦਿਨ 'ਚ 3 ਦਫਾ ਆਪਣੇ ਅੰਦਰ ਪਾਉਣੀ ਹੈ, ਉਹਦੇ 'ਚ ਤੁਹਾਡਾ ਸਿਰਫ ਇੱਕੋ ਇੱਕ ਧਿਆਨ ਹੁੰਦਾ ਵੀ ਜਿਹੜੀ 20 ਰੁਪਏ ਦੀ ਚੀਜ਼ ਹੈ ਉਹ ਮੈਨੂੰ 15 'ਚ ਮਿਲ ਜੇ, ਔਰ ਮੇਰੇ ਘਰ 'ਚ ਆ ਕੇ ਮੈਨੂੰ ਮਿਲ ਜੇ, ਮੈਨੂੰ ਜਾਣਾ ਨਾ ਪਵੇ ਕਿਤੇ। ਉਸ ਚੀਜ਼ ਨਾਲ ਤੁਹਾਡੀ ਜਿਹੜੇ ਬਜ਼ੁਰਗ ਘਰ 'ਚ ਬੈਠੇ ਹੈ ਉਹਨਾਂ ਦੀ ਸਿਹਤ 'ਤੇ ਅਸਰ ਹੁੰਦਾ ਹੈ, ਤੁਹਾਡੇ ਨਿਆਣਿਆਂ ਦੀ ਸਿਹਤ 'ਤੇ ਅਸਰ ਹੁੰਦਾ ਹੈ, ਤੁਹਾਡੀ ਆਪ ਦੀ ਸਿਹਤ 'ਤੇ ਅਸਰ ਹੁੰਦਾ ਹੈ, ਜਿਹੜੇ ਤੁਹਾਡੇ ਕੰਮ ਕਰਨ ਵਾਲੇ ਨੇ, ਜਿਹੜੇ ਕਮਾਊ ਨੇ ਘਰ ਵਾਲੇ 'ਚ, ਉਹਨਾਂ ਦੀ ਸਿਹਤ 'ਤੇ ਅਸਰ ਹੁੰਦਾ ਹੈ। ਉਹਦੇ 'ਤੇ ਕਦੇ ਕੋਈ ਧਿਆਨ ਨਹੀਂ ਪਾਉਂਦਾ। ਸੋ ਹੁਣ ਕਿਸਾਨ ਨੇ ਤਾਂ ਉਹੀ ਚੀਜ਼ ਉਗਾਉਣੀ ਹੈ ਜੋ ਤੁਸੀਂ ਖਰੀਦਣੀ ਹੈ। ਕੁਛ ਕਿਸਾਨ ਨੇ ਜਿਹੜੇ ਆਪਣੀ ਜ਼ਮੀਰ ਨੂੰ ਜਾਂ ਅੱਗੇ ਰੱਖਦੇ ਨੇ, ਉਹ ਬਾਬੇ ਨਾਨਕ ਦੀ ਗੱਲ ਨੂੰ ਯਾਦ ਰੱਖਦੇ ਨੇ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਉਹਦੇ ਹਿਸਾਬ ਨਾਲ ਖੇਤੀ ਕਰਦੇ ਨੇ, ਪਰ ਉਹ ਹੈਗੇ ਘੱਟ। ਔਰ ਉਹਨਾਂ ਨੂੰ ਵੀ ਜਦੋਂ ਕੀਮਤ ਮੰਗਦੇ ਨੇ, ਉਹਨਾਂ ਨੂੰ ਕੀਮਤ ਨਹੀਂ ਮਿਲਦੀ। ਹੁਣ ਕੀਮਤ 2 ਚੀਜ਼ਾਂ ਹੋ ਗਈਆਂ, ਇੱਕ ਤਾਂ ਹੋ ਗਿਆ ਜੋ ਚੀਜ਼ ਦਾ ਮੁੱਲ ਹੈ, ਦੂਜਾ ਚੀਜ਼ ਦੀ ਕੀਮਤ ਹੈ। ਕੀਮਤ ਤੇ ਮੁੱਲ 'ਚ ਬਹੁਤ ਫਰਕ ਹੈ। ਲੋਕੀ ਮੁੱਲ ਦੇਣ ਨੂੰ ਨਹੀਂ ਤਿਆਰ, ਜਿਹੜੀ ਅੰਗਰੇਜ਼ੀ 'ਚ ਪ੍ਰਾਈਸ ਔਰ ਵੈਲਿਊ ਆਪਾਂ ਕਹਿ ਦਿੰਦੇ ਹਾਂ, ਵੈਲਿਊ ਦੇਣ ਨੂੰ ਨਹੀਂ ਤਿਆਰ ਲੋਕੀ। ਉਹਨਾਂ ਨੂੰ ਇਹੀ ਹੈ ਵੀ 20 ਰੁਪਏ ਵਾਲੀ ਚੀਜ਼ ਮੈਨੂੰ 18 'ਚ ਮਿਲ ਜੇ, 15 'ਚ ਮਿਲ ਜੇ, ਜਿਹੋ ਜਿਹੀ ਮਰਜ਼ੀ ਹੋਵੇ। ਗਰੇਵਾਲ ਸਾਹਿਬ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਧੰਨਵਾਦ ਸਮਾਂ ਦੇਣ ਦੇ ਲਈ, ਸਾਰੀ ਜਾਣਕਾਰੀ ਸਾਂਝੀ ਕਰ ਲਈ, ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਜੀ, ਤੁਸੀਂ ਟਾਈਮ ਕੱਢ ਕੇ ਆਏ ਅਤੇ ਸੁਨੇਹਾ ਸਾਡਾ ਬਾਹਰ ਪਹੁੰਚਾਉਂਦੇ ਹੋ, ਉਹਦੇ ਲਈ ਸਾਡੇ ਕੰਨਿਓ ਤੁਹਾਡਾ ਸ਼ੁਕਰੀਆ। ਸਾਡੇ ਨਾਲ ਗਰੇਵਾਲ ਜੀ, ਇਹਨਾਂ ਨੇ ਆਪਣੀ ਕੁਦਰਤੀ ਖੇਤੀ ਦੇ ਬਾਰੇ ਸਾਡੇ ਨਾਲ ਸਾਂਝ ਪਾਈ ਹੈ। ਹੋਰਾਂ ਕਿਸਾਨਾਂ ਭਰਾਵਾਂ ਨੂੰ ਸਿੱਖਣ ਦੀ ਲੋੜ ਹੈ ਕਿ ਅੱਜ ਦੇ ਦੌਰ ਦੇ ਵਿੱਚ ਕੇਵਲ ਅਤੇ ਕੇਵਲ ਜਿਹੜੀ ਮਾਤਰਾ ਹੈ, ਗਿਣਤੀ ਮਿਣਤੀ ਜਾਂ ਕਹਿ ਦਈਏ ਉਹ ਜ਼ਿਆਦਾ ਮਾਇਨੇ ਰੱਖਦੀ, ਸਗੋਂ ਕਿ ਉਹ ਜਿਹੜੀ ਆਪਾਂ ਪ੍ਰੋਡਕਸ਼ਨ ਕਰਦੇ ਹਾਂ ਉਹਦੀ ਕੁਆਲਿਟੀ ਕੀ ਹੈ, ਇਹ ਮਾਇਨੇ ਰੱਖਦੀ ਹੈ। ਅਤੇ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਖਰਚਾ ਹੈ ਕਿਸਾਨਾਂ ਦਾ, ਉਹ ਰੇਹਾਂ ਸਪਰੇਹਾਂ ਜ਼ਹਿਰਾਂ 'ਤੇ ਆਉਂਦਾ। ਜੇਕਰ ਆਪਾਂ ਇਸ ਪੈਟਰਨ ਨੂੰ, ਇਸ ਤਰੀਕੇ ਨੂੰ ਅਪਣਾਉਂਦੇ ਹਾਂ, ਤਾਂ ਸ਼ਾਇਦ ਆਪਾਂ ਖੇਤੀ ਉੱਤੇ ਜਿਹੜਾ ਖਰਚਾ ਉਹ ਘਟਾ
ਸਕੀਏ। ਤੇ ਨਾਲ ਦੀ ਨਾਲ ਗੱਲ ਇਹ ਹੈ ਵੀ ਆਪਣੇ ਦੇਸੀ ਬੀਜਾਂ ਨੂੰ ਹੀ ਆਪਾਂ ਅਪਣਾਈਏ, ਕਿਉਂਕਿ ਇਹਨਾਂ ਨੂੰ ਰੀਜਨਰੇਸ਼ਨ ਕੀਤਾ ਜਾ ਸਕਦਾ, ਦੁਬਾਰਾ ਦੂਜਾ ਜਨਮ ਦਿੱਤਾ ਜਾ ਸਕਦਾ। ਪਰ ਜੋ ਅੱਜ ਕੱਲ੍ਹ ਦੇ ਹਾਈਬ੍ਰਿਡ ਬੀਜ ਨੇ ਉਹਨਾਂ ਦੇ ਰਾਹੀਂ ਕਿਸਾਨ ਆਪਣੇ ਪੁਰਾਤਨ ਬੀਜਾਂ ਤੋਂ ਵੀ ਦੂਰ ਹੁੰਦਾ ਜਾ ਰਿਹਾ। ਸੋ ਵਧੀਆ ਤਰੀਕੇ ਨਾਲ ਦੱਸਿਆ ਕਿ ਕਿਵੇਂ ਆਪਾਂ ਬੀਜਾਂ ਨੂੰ ਸਟੋਰ ਕਰ ਸਕਦੇ ਹਾਂ, ਕਿਵੇਂ ਉਹਨਾਂ ਦੀ ਸੰਭਾਲ ਕਰ ਸਕਦੇ ਹਾਂ, ਅਤੇ ਕਿਹੜੀਆਂ ਆਪਾਂ ਵੈਰਾਈਟੀਆਂ ਖੇਤਾਂ ਵਿੱਚ ਉਗਾ ਕੇ ਖੇਤ ਦੀ ਜਿਹੜੀ ਤਾਕਤ ਆ ਉਹਨੂੰ ਬਣਾ ਕੇ ਰੱਖ ਸਕਦੇ ਹਾਂ। ਜ਼ਰੂਰੀ ਨਹੀਂ ਹੈ ਕਿ ਆਪਾਂ ਨੇ ਮਹਿੰਗੇ ਭਾਅ ਦੀਆਂ ਰੇਹਾਂ ਸਪਰੇਆਂ ਲੈ ਕੇ ਹੀ ਖੇਤ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ, ਸਗੋਂ ਕਿ ਉਲਟਾ ਆਪਾਂ ਖੇਤ ਨੂੰ ਮਾਰ ਰਹੇ ਹੁੰਦੇ ਹਾਂ। ਸੋ ਆਪਾਂ ਨੂੰ ਫਸਲਾਂ ਦੀ ਚੋਣ ਇਸ ਤਰੀਕੇ ਨਾਲ ਕਰਨ ਦੀ ਜ਼ਰੂਰਤ ਹੈ ਕਿ ਖੇਤ ਦੇ ਵਿੱਚ ਕੁਦਰਤ ਆਪਣੇ ਆਪ ਹੀ ਉਸ ਨੂੰ ਇਹੋ ਸ਼ਕਤੀ ਦੇਵੇ, ਅਜਿਹੀ ਊਰਜਾ ਵਿੱਚ ਪੈਦਾ ਕਰੇ ਕਿ ਹੋਰ ਜਿਹੜੇ ਸਬਜ਼ੀਆਂ ਅਨਾਜ ਉਸ ਵਿੱਚੋਂ ਪੈਦਾ ਕੀਤੇ ਜਾ ਸਕੇ। ਸੋ ਉਮੀਦ ਕਰਦੇ ਹਾਂ ਕਿਸਾਨ ਭਰਾਵਾਂ ਲਈ ਸਾਰੀ ਜਾਣਕਾਰੀ ਜਿਹੜੀ ਆ ਉਹ ਲਾਹੇਵੰਦ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਨਵੇਂ ਅੰਨਦਾਤਾ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ ਇੱਕ ਸਫਲ ਕਿਸਾਨ ਦੇ ਨਾਲ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦੇ ਇਜਾਜ਼ਤ ਹੈ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।